ਦੇ ਵਿੱਚ ਉੱਚੀਆਂ ਘਾਟੀਆਂ, ਉੱਚੇ ਪਹਾੜ, ਪਰਬਤ ਆ ਰਹੇ ਨੇ। ਉਹਨਾਂ ਨੂੰ ਪਾਰ ਕਰਦਿਆਂ ਹੋਇਆਂ ਸਤਿਗੁਰੂ ਜੀ ਅੱਗੇ ਨੂੰ ਵੱਧ ਰਹੇ ਨੇ, ਜਿਨ੍ਹਾਂ ਨੂੰ ਰੋਕਣ ਵਾਸਤੇ ਗੋਰਖਨਾਥ ਨੇ ਆਪਣੇ ਚੇਲਿਆਂ ਨੂੰ ਭੇਜਣਾ ਕੀਤਾ ਵੀ ਕਿਸੇ ਵੀ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਕੇ ਮੇਰੇ ਅੱਗੇ ਝੁਕਾਓ, ਮੇਰਾ ਚੇਲਾ ਜਿਹੜਾ ਹੈ ਉਹਨਾਂ ਨੂੰ ਬਣਾਓ। ਕਿਉਂਕਿ ਗੋਰਖਨਾਥ ਪਹਿਲੇ ਮਿਲਾਪ ਵਿੱਚ ਸਮਝ ਚੁੱਕਾ ਹੈ ਕਿ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸਰਬ ਕਲਾ ਸਮਰੱਥ ਨੇ, ਉਹਨਾਂ ਵਿੱਚ ਜਿਹੜੀ ਪਾਵਰ ਹੈ, ਜੇ ਉਹ ਯੋਗ ਮਤ ਨੂੰ ਧਾਰਨ ਕਰ ਲੈਂਦੇ ਨੇ ਤੇ ਮੇਰਾ ਯੋਗ ਮਤ ਵਿੱਚ ਬਹੁਤ ਭਾਰੀ ਵਾਧਾ ਹੋਏਗਾ। ਪੂਰਾ ਦੇਸ਼ ਯੋਗ ਮਤ ਨੂੰ ਧਾਰਨ ਕਰ ਲੇਗਾ ਔਰ ਗੋਰਖਨਾਥ ਦਾ ਬੋਲਬਾਲਾ ਹੋਵੇਗਾ। ਇਸ ਲਈ ਇਹ ਚਾਹੁੰਦਾ ਹੈ ਕਿ ਇਹਦੇ ਜਿਹੜੇ ਚੇਲੇ ਨੇ ਵਾਰੀ-ਵਾਰੀ ਜਾਣ ਔਰ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੇ ਅੱਗੇ ਲਿਆ ਕੇ ਝੁਕਾ ਦੇਣ ਤੇ ਗੁਰੂ ਸਾਹਿਬ ਜਿਹੜੇ ਆ ਉਹ ਗੋਰਖਨਾਥ ਦੇ ਚੇਲੇ ਬਣਨ ਨੂੰ ਤਿਆਰ ਹੋ ਜਾਣ। ਪਰ ਇਸ ਤਰ੍ਹਾਂ ਹੋ ਨਹੀਂ ਰਿਹਾ। ਵੱਖ-ਵੱਖ ਰੂਪ ਦੇ ਵਿੱਚ ਹੰਕਾਰ ਦੇ ਨਾਲ ਭਰੇ ਹੋਏ ਗੋਰਖਨਾਥ ਵੱਲੋਂ ਭੇਜੇ ਹੋਏ ਇਹਦੇ ਚੇਲੇ ਆ ਰਹੇ ਨੇ, ਸਵਾਲ ਕਰ ਰਹੇ ਨੇ। ਗੁਰੂ ਸਾਹਿਬ ਜੀ ਜਵਾਬ ਦੇ ਕੇ ਉਹਨਾਂ ਦੇ ਮਨ ਨੂੰ ਸੰਤੁਸ਼ਟ ਕਰ ਰਹੇ ਨੇ। ਤੇ ਜਿਹਦਾ ਮਨ ਸੰਤੁਸ਼ਟ ਹੁੰਦਾ ਹੈ ਉਹ ਇੱਕੋ ਗੱਲ ਕਹਿੰਦਾ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਲੋਹਰੀਪਾ ਨਾਮ ਦਾ ਇਹ ਜੋਗੀ ਆਇਆ, ਜਿਹਨੇ ਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਤੱਤ ਦਾ ਗਿਆਨ ਜਿਹੜਾ ਸੀ ਉਹ ਪ੍ਰਾਪਤ ਕੀਤਾ ਵੀ ਇਹ 5 ਤੱਤਾਂ ਦਾ ਬਣਿਆ ਹੋਇਆ ਸਰੀਰ ਹੈ ਔਰ ਇਸ 5 ਤੱਤਾਂ ਦੇ ਵਿੱਚ ਇੱਕ ਤੱਤ ਦੇ ਅੰਦਰ 5 ਪ੍ਰਕਿਰਤੀਆਂ ਨੇ, ਜਿਹਦੇ ਵਿਚਾਰ ਕੱਲ ਆਪ ਜੀ ਨੇ ਸਰਵਨ ਕੀਤੀ ਸੀ ਕਿ ਇਹ ਆਕਾਸ਼ ਹੈ, ਧਰਤੀ ਹੈ, ਪਾਣੀ ਹੈ, ਅਗਨੀ ਹੈ, ਹਵਾ ਹੈ। ਇਹਨਾਂ ਦੇ ਵਿੱਚ ਅੱਗੇ 5 ਜਿਹੜੇ ਨੇ ਪ੍ਰਕਿਰਤੀ ਦੇ ਰੂਪ ਵਿੱਚ 5 ਜਿਹੜੇ ਨੇ ਇਹਨਾਂ ਦੇ ਹਿੱਸੇ ਨੇ ਔਰ ਜੇ 5 ਨੂੰ ਆਪਾਂ 5 ਦੇ ਨਾਲ ਗੁਣਾ ਕਰਾਂਗੇ ਤਕਰੀਬਨ 25 ਜਿਹੜਾ ਹੈ ਉਹ ਬਣ ਜਾਣਾ ਹੈ। ਭਾਵ 5 ਤੱਤ ਨੇ, 5 ਤੱਤਾਂ ਦਾ ਬਣਿਆ ਹੋਇਆ ਇਹ ਸਾਡਾ ਜੀਵਨ ਹੈ, ਇਹ ਸਰੀਰ ਹੈ, ਜਿਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵੀ ਹੈ ਔਰ ਜਿਸ ਦੇ ਅੰਦਰ ਸਮਝਾਇਆ ਕਿ ਹੱਡ, ਮਾਸ, ਨਾੜੀ ਵੀ ਹੈ, ਜਿਹਦੇ ਅੰਦਰ ਪਿੱਤ, ਕਫ, ਬਿੰਦ, ਨੀਰ, ਚਰਮ, ਮਾਸ, ਹੱਡ, ਇਹ ਸਭ ਕੁਝ ਜਿਹੜਾ ਇਹਦੇ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਸਮਝਾਉਣ ਦਾ ਯਤਨ ਕੀਤਾ ਤੇ ਅੱਗੋਂ ਇਸ ਜੋਗੀ ਨੇ ਜਦੋਂ ਸੁਣਿਆ ਹੈ ਤੇ ਸੁਣਦਿਆਂ ਹੀ ਕੀ ਸਮਝ ਵਿੱਚ ਆਈ ਗੱਲ, ਉਹਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਅਗਲੇ ਪ੍ਰਸੰਗ ਵਿੱਚ ਕਰਦੇ ਨੇ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਤਿਹਾਸ ਨੂੰ ਸਰਵਣ ਕਰੀਏ ਜੀ। 5 ਤਤ ਕੇ ਕੋਟ ਮਹਿ 25 ਹੈ ਪ੍ਰਕਿਰਤ। ਮਹਾਰਾਜ ਕਹਿੰਦੇ ਇਹ 5 ਤੱਤ ਦਾ ਇੱਕ ਕੋਟ ਕਿਲਾ ਬਣਿਆ ਹੈ ਔਰ ਇਸ 5 ਤੱਤ ਦੇ ਕਿਲੇ ਦੇ ਵਿੱਚ ਕੀ ਹੈ, 25 ਭਾਵ ਇੱਕ ਤੱਤ ਦੇ ਅੱਗੇ 5 ਪ੍ਰਕਿਰਤੀ ਨੇ। ਇਸ ਲਈ ਕਹਿੰਦੇ 25 ਹੈ ਪ੍ਰਕਿਰਤ। ਇਹ 5 ਤੱਤਾਂ ਦੇ ਕਿਲੇ ਦੇ ਵਿੱਚ 5 ਅੱਗੋਂ ਇਹਨਾਂ ਦੇ ਪਾਠ ਜਿਹੜੇ ਨੇ ਉਸ ਮੁਤਾਬਕ 25 ਪ੍ਰਕਿਰਤੀ ਜਿਹੜੀ ਹੈ ਉਹ ਵਰਤਦੀ ਹੈ। ਜੀਉ ਬਸੇਰਾ ਤਹਿ ਕੀਹੋ ਸੁਣ ਲੋਹਰੀਪਾ ਮਿਤ। ਜਦੋਂ ਲੋਹਰੀਪਾ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਇਹ ਸੁਣਿਆ ਕਿ ਇਹ 5 ਤੱਤਾਂ ਦਾ ਬਣਿਆ ਹੋਇਆ ਕੋਟ ਕਿਲਾ ਹੈ, ਉਹਦੇ ਵਿੱਚ 25 ਪ੍ਰਕਿਰਤੀ ਹੈ ਔਰ ਜੀਉ ਬਸੇਰਾ, ਜੀਉ ਮੈਨੇ ਜਿੰਦ, ਇਸ ਕਿਲੇ ਦੇ ਵਿੱਚ ਫਿਰ ਇਹ ਜੀਉ ਜਿੰਦ ਜਿਹਦਾ ਅੰਦਰ ਵਸੇਵਾ ਹੈ। ਜਿਵੇਂ ਭਗਤ ਜੀ ਨੇ ਆਖਿਆ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਪੰਖੀ ਦਾ ਅਰਥ ਹੈ ਉਹ ਜਿਹੜਾ ਅੰਦਰ ਜੀਵ ਹੈ, ਜਿੰਦ ਹੈ ਜੋ ਅੰਦਰ, ਇਹ ਪਿੰਜਰਾ ਹੈ ਇੱਕ ਹੱਡ ਮਾਸ ਨਾੜੀ ਦਾ ਬਣਿਆ ਹੋਇਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਕਿਲਾ ਹੈ, ਇਸ ਕਿਲੇ ਵਿੱਚ ਜੀਵ ਵਸਦਾ ਹੈ। ਸਰੋਨ ਸੁਨੇ ਗੁਣ ਐਨ ਕੇ ਬੈਨ ਭਈ ਮਨ ਚੈਨ ਪਸਾਨੇ ਸੁਜਾਨਾ। ਕਹਿੰਦੇ ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਗਿਆਨ ਦਿੱਤਾ ਤਿਵੇਂ ਤਿਵੇਂ ਇਹਦੇ ਮਨ ਨੂੰ ਚੈਨ ਆ ਗਿਆ, ਇਹਦੇ ਮਨ ਦੇ ਵਿੱਚ ਟਿਕਾ ਆ ਗਿਆ। ਇੱਕ ਬੋਲ ਗੁਰੂ ਨਾਨਕ ਸਾਹਿਬ ਜੀ ਦਾ ਇਹਨੂੰ ਸਮਝ ਆ ਗਿਆ। ਪਛਾਨੈ ਸੁਜਾਨਾ, ਇਹਨੇ ਪਛਾਣ ਲਿਆ ਵੀ ਗੁਰੂ ਨਾਨਕ ਸਾਹਿਬ ਬਹੁਤ ਹੀ ਸੂਝਵਾਨ ਨੇ, ਗਿਆਨਵਾਨ ਨੇ, ਜੋ ਇੰਨੇ ਵੱਡੀਆਂ ਗੱਲਾਂ ਮੈਨੂੰ ਸਮਝਾਈਆਂ ਹਨ। ਹੈ ਅਵਤਾਰ ਸਹੀ ਕਰਤਾਰ ਨਿਹਾਰਨ ਕੋ ਜਗੋ ਨ ਸਮਾਨਾ। ਹੁਣ ਲੋਹਰੀਪਾ ਜਿਹੜਾ ਸੀ ਇਹ ਸਮਝ ਗਿਆ ਵੀ ਇਹ ਕਰਤਾਰ ਦਾ ਅਵਤਾਰ ਨੇ। ਇਹ ਗੁਰੂ ਨਾਨਕ ਸਾਹਿਬ ਇਸ ਕਲਯੁਗ ਦੇ ਵਿੱਚ ਕਰਤਾਰ ਦਾ ਰੂਪ ਅਵਤਾਰ ਜਿਹੜਾ ਉਹ ਲੈ ਕੇ ਆਏ ਨੇ। ਇਸ ਜਗਤ ਵਿੱਚ ਕੋ ਨਾ ਸਮਾਨਾ, ਪੂਰੇ ਦੁਨੀਆ ਵਿੱਚ ਗੁਰੂ ਨਾਨਕ ਜੀ ਦੇ ਸਮਾਨ ਕੋਈ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਰਾਬਰੀ ਕਰਨ ਵਾਲਾ ਕੋਈ ਵੀ ਨਹੀਂ ਹੈ। ਭਾਵ ਜੋ ਇਹਨਾਂ ਦੇ ਕੋਲ ਗਿਆਨ ਹੈ, ਇਸ ਗਿਆਨ ਦਾ ਮੁਕਾਬਲਾ ਕਰਨ ਵਾਲਾ, ਬਰਾਬਰੀ ਕਰਨ ਵਾਲਾ ਕੋਈ ਵੀ ਨਹੀਂ ਹੈ। ਕੋਈ ਅਧੀਨ ਬਿਨੈ ਕਰਕੇ ਸਿਰ ਨਾਇਕੇ ਦੋਨੋਂ ਬੰਦਤ ਪਾਨਾ। ਉਸੇ ਵੇਲੇ ਜਿਹੜਾ ਹੰਕਾਰ ਦੇ ਵਿੱਚ ਆਇਆ ਸੀ, ਜਦੋਂ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਤੇ ਕਹਿੰਦੇ ਨੇ ਗੁਰੂ ਸਾਹਿਬ ਜੀ ਅੱਗੇ ਝੁਕ ਗਿਆ। ਅੰਦਰ ਦਾ ਹੰਕਾਰ ਜਿਹੜਾ ਸੀ ਉਹ ਟੁੱਟ ਗਿਆ, ਕਿਉਂਕਿ ਹੰਕਾਰ ਟੁੱਟੇਗਾ ਤਾਂ ਹੀ ਝੁਕਣਾ ਹੋਏਗਾ। ਜਿੰਨਾ ਚਿਰ ਹੰਕਾਰ ਨਹੀਂ ਟੁੱਟਦਾ ਉਹਨਾਂ ਚਿਰ ਝੁਕਣਾ ਹੋ ਹੀ ਨਹੀਂ ਸਕਦਾ। ਚੰਦਨ ਦਾ ਰੁੱਖ, ਬਾਕੀ ਸਾਰੇ ਜਿੰਨੇ ਵੀ ਰੁੱਖ ਹੁੰਦੇ ਆ ਆਸ-ਪਾਸ, ਉਹ ਸਾਰੇ ਹੀ ਚੰਦਨ ਦੀ ਸੁਗੰਧੀ ਲੈ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਝੁਕਣਾ ਆਉਂਦਾ ਹੈ। ਪਰ ਇੱਕ ਬਾਂਸ ਹੁੰਦਾ ਜਿਹੜਾ ਆਕੜਿਆ ਰਹਿੰਦਾ, ਝੁਕਦਾ ਨਹੀਂ ਹੈ। ਤੇ ਨਾ ਝੁਕਣ ਕਰਕੇ ਉਹ ਫਿਰ ਚੰਦਨ ਦੀ ਖੁਸ਼ਬੂ ਲੈ ਨਹੀਂ ਸਕਦਾ, ਚੰਦਨ ਦਾ ਗੁਣ ਲੈ ਨਹੀਂ ਸਕਦਾ। ਕੀ ਹੁੰਦਾ ਹੈ, ਆਕੜਿਆ ਰਹਿੰਦਾ ਹੈ, ਸਗੋਂ ਟੁੱਟ ਜਾਂਦਾ ਹੈ ਪਰ ਝੁਕਦਾ ਨਹੀਂ ਹੈ ਉਹ। ਇਸੇ ਤਰ੍ਹਾਂ ਹੰਕਾਰ ਜਿਹੜਾ ਇਹ ਅੰਦਰੋਂ ਟੁੱਟੇਗਾ ਤਾਂ ਝੁਕਣਾ ਹੋਏਗਾ। ਇਹ ਝੁਕ ਗਿਆ। ਗੁਰੂ ਸਾਹਿਬ ਜੀ ਅੱਗੇ ਸਿਰ ਨਾਇਕ ਹੈ, ਸਿਰ ਨਵਾ ਦਿੱਤਾ। ਦੋਨੋਂ ਬੰਦਤ ਪਾਨ, ਦੋਨੇ ਹੱਥ ਜਿਹੜੇ ਗੁਰੂ ਨਾਨਕ ਸਾਹਿਬ ਅੱਗੇ ਜੋੜ ਦਿੱਤੇ। ਆਦਰ ਕੀ ਨਾ ਵਿਸਾਲ ਗੁਰੂ ਚਰਿਓ ਤੁਮ ਹੋ ਸਿਰ ਜੋਗ ਕੇ ਖਾਨਾ। ਜਿਹੜਾ ਗੁਰੂ ਨਾਨਕ ਸਾਹਿਬ ਨੂੰ ਹੰਕਾਰ ਵਿੱਚ ਕੌੜੇ ਫਿੱਕੇ ਬੋਲ ਬੋਲਣ ਆਇਆ ਸੀ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਸਮਝ ਲਿਆ ਤੇ ਗੁਰੂ ਸਾਹਿਬ ਜੀ ਦਾ ਆਦਰ ਕਰਦਾ ਹੈ, ਮਾਣ ਕਰਦਾ ਹੈ, ਸਤਿਕਾਰ। ਗੁਰੂ ਸਾਹਿਬ ਜੀ ਨੂੰ ਧੰਨ 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 ਕਹਿ ਰਿਹਾ ਹੈ ਕਿ ਆਪ ਜੀ ਦੇ ਸਮਾਨ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ। ਮੈਨੂੰ ਸਮਝ ਆ ਗਈ ਕਿ ਕਰਤਾਰ ਨੇ ਤੁਹਾਡੇ ਰੂਪ ਵਿੱਚ ਅਵਤਾਰ ਲਿਆ ਹੈ। ਫਿਰ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਦੀ ਨਿਮਰਤਾ, ਇਹਦਾ ਪਿਆਰ, ਇਹਦੀ ਭਾਵਨਾ ਵੇਖ ਕੇ ਸਤਿਗੁਰੂ ਮਹਾਰਾਜ ਜੀ ਫਿਰ ਅੱਗੋਂ ਬੋਲੇ ਨੇ, ਕਹਿਣ ਲੱਗੇ, ਹੇ ਸਿੱਧ ਜੋਗੀ ਜੀ, ਤੁਸੀਂ ਜੋਗ ਦੀ ਖਾਣ ਹੋ। ਬਾਲੇ ਕੇ ਪੰਕਜ ਆਨਨ ਤੇ ਇਤਿਹਾਸ ਬਨਿਓ ਮਕਰੰਦ ਸੁਹਾਇਓ। ਇਹ ਭਾਈ ਬਾਲਾ ਜੀ
ਜੋ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਇਤਿਹਾਸ ਸੁਣਾ ਰਹੇ ਨੇ। ਔਰ ਇਤਿਹਾਸ ਵਿੱਚ ਜਿਹੜਾ ਮਕਰੰਦ ਦਾ ਅਰਥ ਹੁੰਦਾ ਸੁਗੰਧੀ, ਜਿਹੜੀ ਇਹ ਸੁਗੰਧੀ ਇਤਿਹਾਸ ਦੀ ਅੱਜ ਆਪਾਂ ਲੈ ਰਹੇ ਹਾਂ, ਇਹ ਸੁਗੰਧੀ ਲੈ ਕੇ ਅਸੀਂ ਆਪਣੇ ਅੰਦਰ ਦੀ ਦੁਰਗੰਧ ਨੂੰ ਮਿਟਾ ਰਹੇ ਹਾਂ। ਇਹ ਅਸਲ ਦੇ ਵਿੱਚ ਕਹਿੰਦੇ ਆ ਭਾਈ ਬਾਲਾ ਜੀ ਤੁਹਾਡੇ ਤੋਂ ਸਦਕੇ ਜਾਈਏ, ਜੋ ਇਹ ਇਤਿਹਾਸ ਤੁਸੀਂ ਸੁਣਾਇਆ ਤੇ ਸਾਡੇ ਤੱਕ ਇਹ ਇਤਿਹਾਸ ਪਹੁੰਚ ਗਿਆ, ਕੋਈ ਸ਼ੱਕ ਨਹੀਂ। ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਕਿ ਇਤਿਹਾਸ ਨੂੰ ਸੁਣ ਕੇ ਕਈਆਂ ਦੇ ਜੀਵਨ ਬਦਲ ਗਏ ਨੇ, ਕਈਆਂ ਦੀ ਸੋਚ ਬਦਲ ਗਈ ਹੈ, ਕਈਆਂ ਦੇ ਜੀਵਨ ਦੇ ਅੰਦਰ ਬਦਲਾਵ ਆ ਗਿਆ ਹੈ। ਇਤਿਹਾਸ ਸੁਣ ਕੇ ਕਈਆਂ ਨੇ ਗੁਰੂ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਤਾਂ ਲਈ ਹੈ, ਕਈਆਂ ਨੇ ਖੰਡੇ ਦੀ ਪੌਲ ਵੀ ਲੈ ਲਈ ਹੈ। ਉਹ ਕਹਿੰਦੇ ਇਤਿਹਾਸ ਸੁਣ ਕੇ ਸਾਡਾ ਜੀਵਨ ਹੀ ਬਦਲ ਗਿਆ, ਸਾਡੀ ਸੋਚ ਹੀ ਬਦਲ ਗਈ। ਜਿੱਥੇ ਅਸੀਂ ਬਾਣੀ ਦਾ ਅਭਿਆਸ ਨਹੀਂ ਸੀ ਕਰਦੇ, ਬਾਣੀ ਦਾ ਅਭਿਆਸ ਵੀ ਹੋਣ ਲੱਗ ਗਿਆ। ਜਿੱਥੇ ਅਸੀਂ ਖੰਡੇ ਦੀ ਪੌਲ ਤੋਂ ਪਿੱਛੇ ਭੱਜਦੇ ਸਾਂ, ਹੁਣ ਖੰਡੇ ਦੀ ਪੌਲ ਵੀ ਜਿਹੜੀ ਆ ਉਹ ਲੈ ਲਈ ਆ। ਭਾਵ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗੇ ਗਏ। ਕਿਵੇਂ ਰੰਗੇ ਗਏ? ਗੁਰੂ ਸਾਹਿਬ ਦਾ ਇਤਿਹਾਸ ਸੁਣ ਕੇ। ਸਾਡੇ ਜੀਵਨ ਦੇ ਅੰਦਰ ਜੇ ਬਾਣੀ ਹੈ ਗੁਰੂ ਸਾਹਿਬ ਜੀ ਨੇ ਦਿੱਤੀ, ਕਿਉਂਕਿ ਇਤਿਹਾਸ ਨਹੀਂ, ਇਤਿਹਾਸ ਵਿੱਚ ਨਾਲ ਸਾਨੂੰ ਗੁਰਬਾਣੀ ਵੀ ਮਿਲਦੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਮਕਸਦ ਕੀ ਹੈ? ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸਵਾ। ਕੀਰਤਨ ਕਿਹਦਾ ਹੋਣਾ ਹੈ? ਗੁਰਬਾਣੀ ਦਾ। ਤੇ ਗੁਰਬਾਣੀ ਨੇ ਸਾਡੇ ਅੰਦਰ ਕੀ ਲਿਆਉਣਾ ਹੈ? ਹਰਿਆਵਲੀ ਲਿਆਉਣੀ, ਖੁਸ਼ਹਾਲੀ ਲਿਆਉਣੀ ਹੈ। ਜਦੋਂ ਅਸੀਂ ਗੁਰਬਾਣੀ ਨਾਲ ਇਤਿਹਾਸ ਦੇ ਨਾਲ ਜੁੜ ਕੇ ਪਰਮੇਸ਼ਵਰ ਨਾਲ ਸਾਂਝ ਪਾਵਾਂਗੇ ਤੇ ਸਾਡੇ ਜੀਵਨ ਦਾ ਸੋਕਾ ਆਪੇ ਹੀ ਮੁੱਕ ਜਾਣਾ ਹੈ। ਅਸੀਂ ਇਹ ਲਗਭਗ ਬਚਨ ਜਿਹੜੇ ਆ ਉਹ ਸੁਣ ਵੀ ਰਹੇ ਹਾਂ ਤੇ ਸੁਣਦੇ ਵੀ ਰਹਿਣਾ ਹੈ ਕਿ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਕੰਤ ਮੈਨੇ ਪਤੀ ਪਰਮੇਸ਼ਵਰ। ਘਰ ਦਾ ਅਰਥ ਹੈ ਹਿਰਦਾ। ਜਿਹਦੇ ਹਿਰਦੇ ਰੂਪੀ ਘਰ ਵਿੱਚ ਕੰਤ ਵਸ ਗਿਆ। ਕਿਹਨਾਂ ਦੇ ਵਸਿਆ? ਜਿਹੜੇ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗੇ ਗਏ, ਜਿਨ੍ਹਾਂ ਦੀ ਸੁਰਤ ਨਿਰੰਕਾਰ ਨਾਲ ਜੁੜ ਗਈ। ਉਹਨਾਂ ਦੀ ਜ਼ਿੰਦਗੀ ਵਿੱਚ ਸਦਾ ਹੀ ਬਸੰਤ ਹੈ, ਕੇਵਲ ਇੱਕ ਦਿਨ ਲਈ ਨਹੀਂ ਹੈ। ਉਹਨਾਂ ਲਈ 12 ਦੇ 12 ਮਹੀਨੇ ਹੀ ਬਸੰਤ ਦੇ ਨੇ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਮਹਾਰਾਜ ਕਹਿੰਦੇ ਧਿਆ ਤੂੰ ਪਰਮੇਸ਼ਵਰ ਦੇ ਨਾਮ ਨੂੰ। ਜਦੋਂ ਤੂੰ ਧਿਆਏਂਗਾ ਤੇਰੀ ਜ਼ਿੰਦਗੀ ਦਾ ਸੋਕਾ ਹੀ ਮੁੱਕ ਜਾਏਗਾ, ਤੂੰ ਹਰਿਆ ਭਰਿਆ ਹੋ ਜਾਏਗਾ, ਤੇਰੇ ਜੀਵਨ ਦੇ ਅੰਦਰ ਖਿੜਾ ਆ ਜਾਏਗਾ। ਨਾਨਕ ਭਗਤਾਂ ਸਦਾ ਵਿਗਾਸ। ਭਗਤ ਦਾ ਜੀਵਨ ਸਦਾ ਵਿਗਾਸ ਵਾਲਾ ਹੁੰਦਾ ਹੈ, ਖੇੜੇ ਵਾਲਾ ਹੁੰਦਾ ਹੈ, ਕਿਉਂਕਿ ਉਹਦੇ ਅੰਦਰ ਕੰਤ ਵਸ ਗਿਆ, ਉਹਦੇ ਨਾਮ ਦਾ ਅਭਿਆਸ ਕੀਤਾ, ਉਹਦਾ ਜੀਵਨ ਬਦਲ ਗਿਆ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ 'ਚ ਅਨੰਤ ਬਚਨ ਦਿੱਤੇ ਨੇ। ਪਰ ਕੰਤ ਕਿਹਨਾਂ ਦੇ ਵਸਿਆ? ਜਾਂ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਕੌਣ ਹੋਇਆ? ਮਹਾਰਾਜ ਕਹਿੰਦੇ ਜਿਹਨੇ ਆ ਕੇ ਆਖਿਆ ਸੀ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਮੈਨੂੰ ਨਾਮ ਦੀ ਦਾਤ ਦਿਓ ਤਾਂ ਕਿ ਮੈਂ ਮਨ ਔਰ ਤਨ ਕਰਕੇ ਹਰਿਆ ਭਰਿਆ ਹੋ ਜਾਵਾਂ, ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਵਣ। ਹੁਣ ਇੱਥੇ ਕਹਿ ਰਹੇ ਨੇ ਕਿ ਭਾਈ ਬਾਲਾ ਜੀ ਦੇ ਮੁਖ ਤੋਂ ਜੋ ਇਤਿਹਾਸ ਬੋਲਿਆ ਗਿਆ ਉਹ ਇਤਿਹਾਸ ਬਣ ਗਿਆ, ਉਹ ਸਦਾ ਲਈ ਲਿਖਿਆ। ਅੱਜ ਵੀ ਅਸੀਂ ਉਸ ਇਤਿਹਾਸ ਦੇ ਵਿੱਚੋਂ ਦੀ ਲਾਹਾ ਲੈ ਰਹੇ ਹਾਂ। ਕੇਵਲ ਇਤਿਹਾਸ ਸੁਣਨਾ ਕੰਮ ਨਹੀਂ ਸਾਡਾ, ਸਾਡਾ ਕੰਮ ਹੈ ਇਤਿਹਾਸ ਸੁਣ ਕੇ ਉਹਦੇ ਵਿੱਚੋਂ ਦੀ ਗੁਣ ਗ੍ਰਹਿਣ ਕਰਨਾ। ਜੋ ਸਿੱਖਿਆਵਾਂ ਮਿਲਦੀਆਂ ਉਹ ਸਿੱਖਿਆਵਾਂ ਦੇ ਉੱਪਰ ਚੱਲਣਾ, ਆਪਣਾ ਜੀਵਨ ਉਸ ਮੁਤਾਬਕ ਬਣਾਉਣਾ। ਮੁਬਾਰਕ ਹੈ ਉਹਨਾਂ ਨੂੰ ਜਿਨ੍ਹਾਂ ਨੇ ਇਤਿਹਾਸ ਸੁਣ ਕੇ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਣਾ ਕੀਤਾ। ਮੁਬਾਰਕ ਹੈ ਉਹਨਾਂ ਨੂੰ ਜਿਨ੍ਹਾਂ ਦੀ ਜ਼ਿੰਦਗੀ ਬਦਲ ਗਈ, ਜਿਨ੍ਹਾਂ ਦਾ ਜੀਵਨ ਬਦਲ ਗਿਆ, ਜਿਨ੍ਹਾਂ ਦੇ ਘਰ ਦੇ ਵਿੱਚ ਸੁੱਖ ਆ ਗਿਆ, ਖੁਸ਼ੀਆਂ ਆ ਗਈਆਂ। ਉਹਨਾਂ ਨੂੰ ਮੁਬਾਰਕ ਹੈ ਜਿਨ੍ਹਾਂ ਨੇ ਇਤਿਹਾਸ ਇੰਨਾ ਧਿਆਨ ਲਾ ਕੇ ਸੁਣਿਆ ਕਿ ਜੀਵਨ ਹੀ ਬਦਲ ਗਿਆ ਉਹਨਾਂ ਦਾ। ਹੁਣ ਇੱਥੇ ਕਹਿ ਰਹੇ ਨੇ, ਕਹਿੰਦੇ ਬਾਲੇ ਕੇ ਪੰਕਜ ਆਨਨ ਤੇ ਇਤਿਹਾਸ ਬਣਿਓ ਮਕਰੰਦ ਸੁਹਾਇਓ। ਤੇ ਜਿਹੜਾ ਇਤਿਹਾਸ ਬਣਿਆ ਉਹ ਖੁਸ਼ਬੂ ਵੰਡਦਾ ਹੈ, ਔਰ ਉਹ ਖੁਸ਼ਬੂ ਜਿਹੜਾ ਲੈ ਲਵੇ ਉਹਦੇ ਅੰਦਰ ਵੀ ਸ਼ੁਭ ਗੁਣਾਂ ਦੀ ਮਹਿਕ ਅੰਦਰ ਭਰ ਜਾਂਦੀ ਹੈ। ਭਾਵ ਉਹ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਸ੍ਰੀ ਗੁਰੂ ਅੰਗਦ ਜੀ ਸੁਣ ਕੇ ਮਨ ਭੌਰ ਪਇਓ ਬਹੁਤੋ ਹੁਲਸਾਇਓ। ਇੱਥੋਂ ਤੱਕ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਜਦੋਂ ਬਾਬੇ ਨਾਨਕ ਜੀ ਦਾ ਇਤਿਹਾਸ, ਹਾਲਾਂਕਿ ਜੋਤ ਉਹੀ ਹੈ, ਸਿਰਫ ਕਾਇਆ ਹੀ ਪਲਟੀ ਹੈ ਨਾ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣ ਕੇ ਮਨ ਭਵਰਾ ਬਣ ਗਿਆ। ਇੰਨਾ ਪਿਆਰ ਨਾਲ ਭਿੱਜ ਕੇ ਇਤਿਹਾਸ ਸੁਣਦੇ ਨੇ, ਹੁਲਸਾਇਓ ਮਨ ਭਵਰਾ ਬਣ ਕੇ ਖੁਸ਼ੀ ਨਾਲ ਖਿੜ ਗਿਆ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਮਨ ਦੀ ਅਵਸਥਾ ਵੀ ਇਹ ਬਣ ਗਈ। ਪ੍ਰੇਮ ਕੋ ਪੂਰਾ ਪ੍ਰਕਾਸ਼ ਕੀਓ ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ। ਕਹਿੰਦੇ ਅੰਦਰ ਪੂਰਨ ਪ੍ਰੇਮ ਦਾ ਪ੍ਰਕਾਸ਼ ਹੋ ਗਿਆ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਤੇ ਕਹਿੰਦੇ ਨੇ ਅੰਦਰ ਸੱਚਾ ਨੇਹਾ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰੂ ਦੇਖਾ ਸਭ ਨੇ। ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਅੰਦਰ ਸੱਚਾ ਨੇਹ ਹੈ ਉਹ ਫਿਰ ਜਦੋਂ ਗੁਰੂ ਸਾਹਿਬ ਜੀ ਦੀਆਂ ਬਾਤਾਂ ਸੁਣਦੇ ਆ ਉਹਨਾਂ ਦਾ ਅੰਦਰ ਰੋਮ ਰੋਮ ਨਿਹਾਲ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਮਨ ਭੌਰਾ ਬਣ ਗਿਆ, ਅੰਦਰ ਪੂਰਨ ਪ੍ਰਕਾਸ਼। ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ। ਅੰਦਰ ਐਸਾ ਧਿਆਨ ਗੁਰੂ ਨਾਨਕ ਜੀ ਦੇ ਚਰਨਾਂ ਦੇ ਵਿੱਚ ਲੱਗ ਗਿਆ। ਹੋਏ ਵਿਦੇ ਗਏ ਤੇ ਕਾਲ ਭਲੇ 10 ਦਵਾਰ ਮੈਂ ਸਵਾਸ ਟਿਕਾਇਓ। ਕਹਿੰਦੇ 10 ਦਵਾਰ ਜਿਹੜੇ ਨੇ ਇਹ ਪਾਰ ਕਰਕੇ ਸੁਰਤ ਅਗਾਂਹ ਲੰਘ ਗਈ। ਤੇ ਜਦੋਂ ਸੁਰਤ ਅਗਾਂਹ ਲੰਘ ਗਈ ਤੇ ਵਿਦੇਹ ਭਾਵ ਦੇਹ ਦਾ ਜਿਹੜਾ ਮੋਹ ਸੀ ਉਹ ਛੁੱਟ ਗਿਆ। ਦੇਹ ਜਿਹੜੀ ਸਰੀਰ ਦਾ ਜਿਹੜਾ ਸੀ ਨਾ, ਸਰੀਰ ਦੀ ਜਿਹੜੀ ਪਕੜ ਸੀ ਉਹ ਛੁੱਟ ਗਈ। ਜਦੋਂ ਸਰੀਰ ਦੀ ਪਕੜ ਛੁੱਟੇਗੀ ਉਦੋਂ ਅਸਲ 'ਚ ਸਮਾਧੀ ਲੱਗਦੀ ਹੈ। ਤੇ ਅਸੀਂ ਸਰੀਰ ਨੂੰ ਸਮਾਧੀ ਦੇ ਵਿੱਚ ਲਿਜਾ ਕੇ ਕਹਿੰਦੇ ਆ ਸਮਾਧੀ ਲੱਗੀ। ਸਰੀਰ ਦੀ ਸਮਾਧੀ ਨਹੀਂ ਹੈ। ਸਰੀਰ ਦੇ ਵਿੱਚੋਂ ਜਦੋਂ ਸਰੀਰ ਦੀ ਪਕੜ ਖਤਮ ਹੋਏਗੀ ਉਹ ਅਸਲ ਵਿੱਚ ਸਮਾਧੀ ਹੈ। ਸੁਰਤ ਕਰਕੇ ਸਮਾਧੀ ਲੱਗਣੀ ਹੈ। ਇਸ ਲਈ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਨੇਤਰ ਮੂੰਦ ਲਏ, ਬਸ ਜਿਵੇਂ ਬੈਠੇ ਨੇ ਉਸ ਤਰ੍ਹਾਂ ਹੀ ਬੈਠੇ ਰਹਿ ਗਏ, ਕਿਉਂਕਿ ਸਰੀਰ ਦੀ ਪਕੜ ਖਤਮ ਹੋ ਗਈ ਨਾ। ਹੁਣ ਸੁਰਤ ਜਿਹੜੀ ਸੀ ਉਹ ਐਸੀ ਟਿਕ ਗਈ ਕਿ ਸਰੀਰ ਦਾ ਜਿਹੜੀ ਪਕੜ ਸੀ ਉਹ ਖਤਮ ਹੋਈ ਤੇ ਬਸ ਜਿਵੇਂ ਸਰੀਰ ਟਿਕਿਆ ਉਸੇ ਤਰ੍ਹਾਂ ਹੀ ਟਿਕਿਆ ਰਹਿ ਗਿਆ। ਸਰੋਤਾ ਗਏ ਉਠ ਆਪਣੇ ਧਮਨ ਰਹਿਣ ਬਿਤੀ ਇੱਕ ਦੋਸ ਬਿਤਾਇਓ। ਕਹਿੰਦੇ ਸਰੋਤੇ ਜਨ ਜਿਹੜੇ ਸੁਣਨ ਵਾਲੇ ਸਨ, ਜਦੋਂ ਦੇਖਿਆ ਵੀ ਗੁਰੂ ਅੰਗਦ ਦੇਵ ਪਾਤਸ਼ਾਹ, ਕਿਉਂਕਿ ਐਸਾ ਇਤਿਹਾਸ ਵਿੱਚ ਬਾਰ-ਬਾਰ ਜ਼ਿਕਰ ਆਇਆ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਇਤਿਹਾਸ ਸੁਣਦੇ ਲੀਨ ਹੋ ਜਾਂਦੇ ਆ। ਫਿਰ ਕਿੰਨਾ ਚਿਰ ਇਸੇ ਤਰ੍ਹਾਂ ਟਿਕੇ। ਹੁਣ ਸੰਗਤ ਨੂੰ ਪਤਾ ਸੀ ਵੀ ਗੁਰੂ ਸਾਹਿਬ ਟਿਕ ਗਏ, ਇਸ ਲਈ ਜਿਹੜੇ ਸਰੋਤੇ ਜਨ ਨੇ ਉਹ ਵੀ ਉੱਠ ਕੇ ਆਪਣੇ ਅਸਥਾਨਾਂ ਨੂੰ ਚਲੇ ਗਏ। ਰਾਤ ਦਾ ਸਮਾਂ ਵੀ ਬਤੀਤ ਹੋਇਆ, ਅਗਲਾ ਦਿਨ ਦਾ ਸਮਾਂ ਵੀ ਬਤੀਤ ਹੁੰਦਾ ਹੈ। ਸਰੋਤਾ ਬਖਤਾ ਜੇ ਹੁਤੇ ਲੀਨੇ ਸਰਬ ਹੰਕਾਰ। ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਫਿਰ ਸਰੀਰ ਦੇ ਨਾਲ ਉਹਨਾਂ ਦੀ ਜਦੋਂ ਅਟੈਚਮੈਂਟ ਬਣਦੀ ਹੈ, ਸਰੀਰ ਦੀ ਪਕੜ ਬਣਦੀ ਹੈ, ਫਿਰ ਨੇਤਰ ਖੁੱਲਦੇ ਆ। ਕਿ ਜਿਹੜੇ ਨਾਮ ਦੇ ਅਭਿਆਸੀ ਆ ਉਹ ਇਹਨੂੰ ਮਹਿਸੂਸ ਕਰ ਸਕਦੇ ਆ, ਕਿਉਂਕਿ ਜਿਹੜੇ ਨਾਮ ਦੇ ਅਭਿਆਸੀ ਨੇ ਉਹਨਾਂ ਕੋਲ ਤੇ ਕੇਵਲ ਸ਼ੰਕਾ ਤੇ ਕੇਵਲ ਤਰਕ ਤੋਂ ਸਿਵਾ ਹੋਰ ਕੁਝ ਨਹੀਂ ਹੋਏਗਾ। ਨਾਮ ਦੇ ਅਭਿਆਸੀਆਂ ਨੂੰ ਪਤਾ ਹੈ ਜਦੋਂ ਕਹਿੰਦੇ ਸਰੀਰ ਦੀ ਪਕੜ ਬਣੀ, ਨੇਤਰ ਖੋਲੇ, ਫਿਰ ਗੁਰੂ ਮਹਾਰਾਜ ਜੀ ਨੇ ਇਸ਼ਨਾਨ ਕਰਕੇ ਜਲ ਪਾਣੀ ਛਕ ਕੇ ਫਿਰ ਆਖਿਆ ਵੀ ਜਾਓ ਸਰੋਤਿਆਂ ਨੂੰ ਵੀ ਬੁਲਾ ਕੇ ਲਿਆਓ ਤੇ ਬਖਤੇ ਨੂੰ ਵੀ ਬੁਲਾ ਕੇ ਲਿਆਓ। ਬਖਤਾ ਕੌਣ ਹੈ? ਭਾਈ ਬੱਲਾ ਜੀ। ਸਰੋਤੇ ਕੌਣ ਨੇ? ਸਤ ਸੰਗੀ ਜਨ। ਫਿਰ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਸਰੋਤਾ ਬਖਤਾ ਜੋ ਹੁਤੇ ਲੀਨੇ ਸਰਬ ਹਕਾਰ। ਹਕਾਰ ਦਾ ਮਤਲਬ ਬੁਲਾ ਲੈਣਾ।
ਭਾਈ ਬਾਲਾ ਜੀ ਨੂੰ ਵੀ ਤੇ ਸੰਗਤ ਜੀ ਨੂੰ ਵੀ ਬੁਲਾਉਣਾ ਕੀਤਾ। ਬੋਲੇ ਸ੍ਰੀ ਅੰਗਦ ਗੁਰੂ ਕਥਾ ਸੁਣਨ ਤਰ ਪਿਆਰ। ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਨੂੰ ਕਹਿੰਦੇ ਨੇ, ਕਹਿੰਦੇ ਤੇਰੇ ਕੋਲੋਂ ਅਸੀਂ ਕਥਾ ਸੁਣਨ ਲਈ ਕਿੰਨੇ ਪਿਆਰ ਵਿੱਚ ਬੈਠੇ ਆ। ਔਰ ਅਸਲ ਵਿੱਚ ਇਹ ਪਿਆਰ ਵਿੱਚ ਟਿਕ ਕੇ, ਭਾਵੇਂ ਕੀਰਤਨ ਹੋ ਰਿਹਾ ਹੋਵੇ, ਭਾਵੇਂ ਕਥਾ ਹੋ ਰਹੀ ਹੋਵੇ ਇਤਿਹਾਸ ਦੀ ਜਾਂ ਗੁਰਬਾਣੀ ਦੀ, ਪਰ ਜਦੋਂ ਅਸੀਂ ਸੁਣਨਾ ਤੇ ਪਿਆਰ ਵਿੱਚ ਹੀ ਸੁਣਨਾ। ਰਸ ਤਾਂ ਹੀ ਬਣੇਗਾ, ਗੁਰਬਾਣੀ ਦੀ ਵਿਚਾਰ ਹੋਵੇ, ਭਾਵੇਂ ਇਤਿਹਾਸ ਦੀ ਹੋਵੇ ਜਾਂ ਗੁਰਬਾਣੀ ਕੀਰਤਨ ਹੋਵੇ, ਜਦੋਂ ਪਿਆਰ ਵਿੱਚ ਭਿੱਜ ਕੇ ਸੁਣਾਂਗੇ ਉਹਦਾ ਰਸ ਹੀ ਵੱਖਰਾ ਹੋਵੇਗਾ। ਸਭ ਕਹਿੰਦੇ ਭਾਈ ਬਾਲਾ ਜੀ ਤੇਰੇ ਕੋਲੋਂ ਕਥਾ ਭਾਵ ਇਤਿਹਾਸ ਸੁਣਨ ਲਈ ਦੇ ਕਿੰਨੇ ਪਿਆਰ ਵਿੱਚ ਬੈਠੇ ਹਾਂ। ਐਸੇ ਗੁਰੂ ਪਾਖੀ ਬਾਲਾ ਕਹੋ ਸਭ ਸਾਖੀਏ, ਹੋਈ ਹੈ ਹਦੂਰ ਤੇਰੇ ਸਭੇ ਸੋ ਕਹਿ ਜੀਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਬਾਲਾ ਤੇਰੇ ਕੋਲ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਹੈ, ਕਿਉਂਕਿ ਤੂੰ ਨਾਲ ਉਸ ਵੇਲੇ ਵਿਚਰਦਾ ਰਿਹਾ, ਵਰਤਦਾ ਰਿਹਾ, ਜੋ ਤੂੰ ਵੇਖਿਆ ਹੈ ਤੈਨੂੰ ਸਾਰਾ ਕੁਝ ਪਤਾ ਹੈ। ਇਸ ਲਈ ਜੋ ਇਤਿਹਾਸ ਵਿੱਚ ਸਾਖੀ ਹੈ ਭਾਵ ਇਤਿਹਾਸ ਹੈ ਤੇਰੇ ਕੋਲ, ਉਹ ਸਾਰਾ ਸੁਣਾਉਣਾ ਕਰ। ਸੁਧਾ ਇਤਿਹਾਸ ਗੁਰ ਆਵਾ ਤੁਝ ਪਾਸ ਸਭ, ਔਰ ਕੋ ਸੁਨਾਈ ਨਾ ਕਾਇ ਨਿਤ ਪੀਜੀਏ। ਭਾਈ ਬਾਲਾ ਜੀ ਨਾ ਚੁੱਪ ਬੈਠੇ ਸੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਮੁਸਕਰਾ ਕੇ ਪਤਾ ਕੀ ਕਹਿੰਦੇ, ਕਹਿਣ ਲੱਗੇ ਕੱਲਾ ਹੀ ਨਾ ਅੰਮ੍ਰਿਤ ਪੀ ਜਾ, ਸਾਨੂੰ ਵੀ ਪਿਆ ਦੇ ਥੋੜਾ ਜਿਹਾ। ਗੁਰੂ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਅਘਾਏ ਦਾ ਅਰਥ ਹੁੰਦਾ ਤ੍ਰਿਪਤ ਹੋਣਾ, ਸੁਧਾ ਕਹਿੰਦੇ ਅੰਮ੍ਰਿਤ ਨੂੰ, ਕਹਿੰਦੇ ਆ ਅੰਮ੍ਰਿਤ ਜਿਹੜਾ ਇਤਿਹਾਸ ਗੁਰੂ ਬਾਬੇ ਨਾਨਕ ਦਾ ਲਈ ਬੈਠਾ ਹੈ ਤੇ ਕੱਲਾ ਹੀ ਨਾ ਪੀ ਪੀ ਕੇ ਤ੍ਰਿਪਤ ਹੋਈ ਜਾ, ਸਾਨੂੰ ਵੀ ਕੁਝ ਅੰਮ੍ਰਿਤ ਪਿਆ ਦੇ, ਭਾਵ ਸਾਨੂੰ ਵੀ ਬਾਬੇ ਨਾਨਕ ਦਾ ਇਤਿਹਾਸ ਸੁਣਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਆਖਣਾ ਕੀਤਾ। ਬਾਲਾ ਕਹੇ ਐਸੇ ਹੋਈ ਮੋਹਿ ਟਿਕ ਵੈਸੇ ਸਭ, ਜੈਸੇ ਵੇਦ ਪਈ ਤੈਸੇ ਵਰਨੋ ਸੁਣੀ ਜੀਏ। ਅੱਗੋਂ ਭਾਈ ਬਾਲਾ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਂ ਤੇ ਤੁਹਾਡੇ ਚਰਨਾਂ ਦਾ ਸੇਵਕ ਹਾਂ, ਕਿਉਂਕਿ ਤੁਸੀਂ ਭਾਵੇਂ ਗੁਰੂ ਅੰਗਦ ਦੇ ਪਾਤਸ਼ਾਹ ਦੇ ਰੂਪ ਵਿੱਚ ਹੋ, ਪਰ ਮੇਰੇ ਲਈ ਤਾਂ ਤੁਸੀਂ ਹੀ ਗੁਰੂ ਨਾਨਕ ਹੋ, ਮੇਰੇ ਵਾਸਤੇ ਤੇ ਤੁਸੀਂ ਹੀ ਹੋ, ਕਿਉਂਕਿ ਕਾਇਆ ਹੀ ਪਲਟੀ ਹੈ, ਅੰਦਰ ਤੇ ਜੋਤ ਉਹੀ ਹੈ, ਅੰਦਰ ਗੁਰੂ ਨਾਨਕ ਸਾਹਿਬ ਤਾਂ ਉਹੀ ਨੇ। ਇਸ ਲਈ ਮਹਾਰਾਜ ਜੀ ਜੇ ਤੁਸੀਂ ਕਹਿੰਦੇ ਹੋ ਤੇ ਫਿਰ ਜੋ ਵੀ ਰਸ ਹੈ, ਜੋ ਵੀ ਇਤਿਹਾਸ ਹੈ, ਉਹ ਮੈਂ ਉਨੇ ਹੀ ਪਿਆਰ ਦੇ ਨਾਲ ਆਪ ਜੀ ਨੂੰ ਸੁਣਾਉਂਦਾ ਹਾਂ ਜਿੰਨੇ ਪਿਆਰ ਵਿੱਚ ਆਪ ਜੀ ਸੁਣਨ ਵਾਸਤੇ ਬੈਠੇ ਹੋ। ਬਾਲਾ ਜੋ ਅਲਾਹੇ ਪੈੜਾ ਲਿਖਤ ਬਣਾਏ, ਗੁਰੂ ਅੰਗਦ ਸੁਨਾਏ ਸੋ ਤੁਮ ਸੁਨ ਲੀਜੀਏ। ਕਹਿੰਦੇ ਭਾਈ ਬਾਲਾ ਜੀ ਜੋ ਅਲਾਏ ਮਤਲਬ ਬੋਲਦੇ ਨੇ, ਤੇ ਨਾਲ ਨਾਲ ਭਾਈ ਪੈੜਾ ਜੀ ਜਿਹੜੇ ਨੇ ਉਹ ਨਾਲ ਨਾਲ ਲਿਖ ਵੀ ਰਹੇ ਨੇ, ਨਾਲ ਨਾਲ ਇਤਿਹਾਸ ਲਿਖ ਰਹੇ ਨੇ। ਲਿਖਣ ਤੋਂ ਜ਼ਿਕਰ ਕਰਾਂ, ਬੇਨਤੀ ਕਰਾਂ, ਅੱਜ ਵੀ ਐਸੀਆਂ ਰੂਹਾਂ ਬੈਠੀਆਂ ਨੇ ਜਿਹੜੀਆਂ ਇਤਿਹਾਸ ਇੱਥੇ ਚੱਲ ਰਿਹਾ ਤੇ ਉਹ ਨਾਲ ਨਾਲ ਮੀਡੀਆ ਰਾਹੀਂ ਘਰਾਂ 'ਚ ਬੈਠੇ ਨਾ, ਐਸਾ ਪ੍ਰੇਮ ਉਹਨਾਂ ਦਾ ਇਤਿਹਾਸ ਨਾਲ ਬਣ ਚੁੱਕਾ ਹੈ ਕਿ ਉਹ ਨਾਲ ਨਾਲ ਲਿਖੀ ਵੀ ਜਾ ਰਹੇ ਆ। ਜਦੋਂ ਉਹਨਾਂ ਤੋਂ ਪਤਾ ਲੱਗਦਾ ਹੈ ਤੇ ਮਨ ਵਿੱਚ ਇੰਨੀ ਖੁਸ਼ੀ ਆ ਜਾਂਦੀ ਹੈ ਵੀ ਐਸੀਆਂ ਵੀ ਪਿਆਰ ਵਾਲੀਆਂ ਰੂਹਾਂ ਨੇ ਕਿ ਇਤਿਹਾਸ ਆਪਾਂ ਤੇ ਚਲੋ ਇੱਥੇ ਬੈਠੇ ਆ ਨਾ, ਪਰ ਮੀਡੀਆ ਰਾਹੀਂ ਕਈ ਐਸੀ ਸੁਰਤ ਜੋੜੀ ਬੈਠੇ ਆ, ਉਹ ਨਾਲ ਨਾਲ ਲਿਖੀ ਜਾਂਦੇ ਨੇ। ਉਹ ਕਹਿੰਦੇ ਜਦੋਂ ਦਾ ਇਤਿਹਾਸ ਸ਼ੁਰੂ ਹੋਇਆ ਨਾ, ਅਸੀਂ ਨਾਲ ਨਾਲ ਗੱਲ ਲਿਖੀ ਜਾਂਦੇ ਆ, ਤੇ ਜੇ ਕਿਤੇ ਕੋਈ ਗੱਲ ਰਹਿ ਜਾਏ ਉਹ ਪੁੱਛ ਲੈਂਦੇ ਆ ਵੀ ਇੱਥੇ ਆਹ ਗੱਲ ਰਹਿ ਗਈ ਸੀ, ਸਾਨੂੰ ਦੱਸੋ, ਕਿਉਂਕਿ ਅਸੀਂ ਇਤਿਹਾਸ ਜਿਹੜਾ ਲਿਖਿਆ ਉਹਨੂੰ ਕੰਪਲੀਟ ਕਰਨਾ ਹੈ। ਐਸੇ ਵੀ ਪਿਆਰ ਵਾਲੀਆਂ ਰੂਹਾਂ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਬਾਲਾ ਜੀ ਇਤਿਹਾਸ ਸੁਣਾ, ਅਸੀਂ ਪਿਆਰ ਨਾਲ ਬੈਠੇ ਆ ਸੁਣਨ ਲਈ। ਭਾਈ ਬਾਲਾ ਜੀ ਬੋਲ ਰਹੇ ਨੇ, ਪੈੜਾ ਜੀ ਲਿਖ ਰਹੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਪਿਆਰ ਨਾਲ ਬੈਠੇ ਨੇ, ਔਰ ਸੰਗਤ ਸਰੋਤੇ ਜਨ, ਸਰੋਤੇ ਦਾ ਅਰਥ ਹੁੰਦਾ ਸੁਰਤ ਲਾ ਕੇ ਸੁਣਨ ਵਾਲਾ, ਸਰੋਤੇ ਵੀ ਆਪਣੀ ਸੁਰਤ ਨੂੰ ਟਿਕਾ ਕੇ ਜੁੜੇ ਹੋਏ ਹਨ। ਲੋਹਰੀ ਪਹਰ ਖਾਇਓ ਬਹੁਤ ਜਾਣਿਓ ਸਫਲ ਸਰੀਰ। ਕਹਿੰਦੇ ਨੇ ਹੁਣ ਇਤਿਹਾਸ ਫਿਰ ਉੱਥੋਂ ਸ਼ੁਰੂ ਹੋਣ ਲੱਗਾ ਕਿ ਜਦੋਂ ਲੋਹਰੀਪਾ ਨੇ ਗੁਰੂ ਨਾਨਕ ਸਾਹਿਬ ਅੱਗੇ ਸੀਸ ਝੁਕਾ ਕੇ ਆਖਿਆ ਸੀ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੀ ਮੈਂ ਤੇ ਸੋਚਿਆ ਸੀ ਵੀ ਤੁਸੀਂ ਐਵੇਂ ਫਕੀਰ ਹੋ, ਪਰ ਨਹੀਂ, ਤੁਹਾਡੀ ਬਰਾਬਰ ਤਾਂ ਕੋਈ ਨਹੀਂ ਕਰ ਸਕਦਾ, ਤੁਹਾਡੇ ਸਮਾਨ ਕੋਈ ਨਹੀਂ। ਲੋਹਰੀਪਾ ਹਰਖਿਓ ਬਹੁਤ ਬੜਾ ਪ੍ਰਸੰਨ ਹੋਇਆ, ਕਿਉਂਕਿ ਜਾਣ ਗਿਆ ਵੀ ਜਿਨ੍ਹਾਂ ਦੇ ਬੋਲ ਮੈਂ ਸੁਣਿਆ, ਜਿਨ੍ਹਾਂ ਦੇ ਮੈਂ ਦਰਸ਼ਨ ਕਰ ਰਿਹਾ ਹਾਂ, ਇਹ ਆਪ ਕਰਤਾਰ ਦਾ ਰੂਪ ਨੇ, ਸਫਲ ਸਰੀਰ, ਅੱਜ ਮੇਰਾ ਆ ਜਨਮ ਸਫਲ ਹੋ ਗਿਆ। ਲੋਹਰੀਪਾ ਨੂੰ ਇਹ ਗੱਲ ਸਮਝ ਆ ਗਈ ਹੈ। ਸੁਭਗ ਵਾਕ ਗੋਸ਼ਟ ਕਰੀ ਬੈਠ ਗੁਰੂ ਕੇ ਤੀਰ। ਲੋਹਰੀਪਾ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਗਿਆ। ਜਿਹੜਾ ਗੋਰਖਨਾਥ ਦੇ ਚਰਨਾਂ 'ਚ ਝੁਕਾਉਣ ਆਇਆ ਸੀ ਉਹ ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੈਠ ਗਿਆ ਤੇ ਚਰਨਾਂ ਵਿੱਚ ਬੈਠ ਕੇ ਸੁਭਗ ਵਾਕ ਗੋਸ਼ਟ ਕਰੀ। ਗੋਸ਼ਟ ਮੈਨੇ ਗੋਸ਼ਟੀ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਧ ਗੋਸ਼ਟ ਦੀ ਬਾਣੀ ਆਪਾਂ ਪੜ੍ਹਦੇ ਹਾਂ, ਵਿਚਾਰ ਕਰਨੀ। ਸੁਭਗ ਦਾ ਅਰਥ ਹੁੰਦਾ ਚੰਗੀਆਂ ਚੰਗੀਆਂ ਵਿਚਾਰਾਂ। ਹੁਣ ਬੈਠ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਚੰਗੀਆਂ ਚੰਗੀਆਂ ਵਿਚਾਰਾਂ ਕਰ ਰਿਹਾ ਹੈ। ਹੋਏ ਵਿਦਾਪਨ ਗੋਰਖ ਕੇ ਟਿਗ ਜਾਏ ਆਦੇਸ਼ ਆਦੇਸ਼ ਕਰੀ। ਜਦੋਂ ਕਹਿੰਦੇ ਮਨ ਬਿਲਕੁਲ ਸੰਤੁਸ਼ਟ ਹੋ ਗਿਆ, ਕੋਈ ਅੰਦਰ ਸ਼ੰਕਾ ਨਹੀਂ, ਕੋਈ ਸਵਾਲ ਨਹੀਂ ਰਹਿ ਗਿਆ, ਫਿਰ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਵਾਪਸ ਆ ਗਿਆ। ਵਾਪਸ ਆਇਆ, ਆ ਕੇ ਗੋਰਖਨਾਥ ਨੂੰ ਕਹਿੰਦਾ ਆਦੇਸ਼ ਆਦੇਸ਼, ਜੋ ਇਹਨਾਂ ਦਾ ਤਕੀਆ ਕਲਾਮ ਹੈ, ਨਮਸਕਾਰ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇਹਨਾਂ ਨੇ ਆਖਿਆ ਸੀ ਆਦੇਸ਼, ਤੇ ਗੁਰੂ ਸਾਹਿਬ ਕਹਿੰਦੇ ਆਦੇਸ਼ ਤਿਸੈ ਆਦੇਸ਼, ਤਿਸੈ ਮੈਨੇ ਉਸ ਨੂੰ, ਮੇਰੀ ਤਾਂ ਨਮਸਕਾਰ ਉਹਨੂੰ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਹੁਣ ਇਹਨੇ ਜਾ ਕੇ ਗੋਰਖਨਾਥ ਨੂੰ ਆਦੇਸ਼ ਆਦੇਸ਼ ਕਹਿਣਾ ਕੀਤਾ। ਪੂਰਨ ਪਾਵ ਤਾਰ ਸਹੀ ਪਵ ਤਾਰਨ ਕੋ ਪਗ ਤੂਰ ਤਰੀ। ਗੋਰਖਨਾਥ ਕਹਿੰਦਾ ਹਾਂ ਵੀ ਲੋਹਰੀਪਾ, ਤੈਨੂੰ ਜਿਸ ਕੰਮ ਲਈ ਭੇਜਿਆ ਸੀ ਕਰ ਆਇਆ, ਗੁਰੂ ਨਾਨਕ ਸਾਹਿਬ ਨੂੰ ਮੇਰੇ ਅੱਗੇ ਝੁਕਾਉਣ ਵਾਸਤੇ, ਮੇਰਾ ਚੇਲਾ ਬਣਾਉਣ ਲਈ ਤਿਆਰ ਕਰ ਆਇਆ। ਉਹਨਾਂ ਆਖਿਆ ਗੋਰਖਨਾਥ ਗੱਲ ਸੱਚੀ ਹੈ ਪਰ ਹੈ ਕੜਵੀ, ਕਿਉਂਕਿ ਸੱਚ ਕੌੜਾ ਹੁੰਦਾ ਨਾ। ਗੱਲ ਸੱਚੀ ਹੈ ਪਰ ਤੈਨੂੰ ਕੜਵੀ ਲੱਗਣੀ ਹੈ, ਕਿਉਂਕਿ ਤੂੰ ਹਜ਼ਮ ਨਹੀਂ ਕਰ ਸਕੇਗਾ। ਉਹਨਾਂ ਆਖਿਆ ਕੀ ਦੱਸ। ਉੱਥੇ ਫਿਰ ਇਹਨੇ ਦੱਸਿਆ, ਕਹਿੰਦੇ ਪੂਰਨ ਭਾ ਅਵਤਾਰ ਸਹੀ ਭਵਤਾਰਨ ਕੋ ਪ੍ਰਾਤੁਰ ਤਰੀ। ਕਹਿੰਦੇ ਜੇ ਸੱਚ ਸੁਣੇ ਤਾਂ ਉਹ ਪੂਰਨ ਅਵਤਾਰ ਨੇ, ਉਹ ਕਰਤਾਰ ਦਾ ਰੂਪ ਨੇ, ਉਹ ਆਪ ਪਰਮੇਸ਼ਵਰ ਦਾ ਰੂਪ ਹੈ ਧੰਨ ਗੁਰੂ ਨਾਨਕ ਸਾਹਿਬ। ਔਰ ਸਾਡੇ ਵਰਗਿਆਂ ਨੂੰ ਤਾਰਨ ਵਾਸਤੇ, ਤਰੀ ਤਰੀ ਦਾ ਅਰਥ ਹੁੰਦਾ ਬੇੜੀ, ਉਹ ਸਾਡੇ ਵਰਗਿਆਂ ਨੂੰ ਤਾਰਨ ਵਾਸਤੇ ਇੱਕ ਬੇੜੀ ਬਣ ਕੇ ਆਏ ਨੇ। ਕੱਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਬੇੜੀ ਬਣ ਕੇ, ਇਕੱਲਾ ਬੇੜੀ ਨਹੀਂ, ਨਾਲ ਮਲਾਹ ਵੀ ਬਣ ਗਏ ਨੇ, ਤਾਂ ਕਿ ਬੇੜੀ ਵਿੱਚ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਬਿਠਾ ਕੇ ਇਸ ਭਵਜਲ ਚੋਂ ਪਾਰ ਕਰਾ ਸਕਣ। ਇੱਕ ਹੁੰਦਾ ਵੀ ਚੱਲ ਬੇੜੀ ਵਿੱਚ ਬਿਠਾਤਾ, ਅੱਗੇ ਦੇਖੀ ਜਾਏਗੀ ਜਿਵੇਂ ਪਾਰ ਲੰਘਣਾ ਹੈ, ਪਰ ਨਹੀਂ, ਸਤਿਗੁਰੂ ਨਾਲ ਮਲਾਹ ਬਣ ਕੇ ਵੀ ਚੱਲਦੇ ਨੇ। ਗੁਰ ਜਹਾਜ਼ ਖੇਵਟ ਗੁਰੂ, ਗੁਰੂ ਜਹਾਜ਼ ਵੀ ਹੈ ਤੇ ਖੇਵਟ ਵੀ ਹੈ। ਖੇਵਟ ਦਾ ਅਰਥ ਹੁੰਦਾ ਮਲਾਹ। ਗੁਰ ਜਹਾਜ਼ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ। ਇਸ ਲਈ ਲੋਹਰੀਪਾ ਕਹਿੰਦਾ ਗੋਰਖਨਾਥ ਗੱਲ ਜੋ ਸੱਚੀ ਹੈ ਉਹ ਮੈਂ ਤੈਨੂੰ ਦੱਸਦਾ। ਪੂਰਨ ਭਾ ਅਵਤਾਰ, ਉਹ ਕਰਤਾਰ ਦਾ ਅਵਤਾਰ ਨੇ, ਸਾਡੇ ਵਰਗਿਆਂ ਨੂੰ ਤਾਰਨ ਵਾਸਤੇ ਬੇੜੀ ਦਾ ਰੂਪ ਬਣ ਆਏ ਹਨ। ਕੋਈ ਨਾ ਤਾਹੇ ਸਮਾਨ ਲਖੋ ਇਤ ਜਾ ਮਿਲ ਮਦ ਕੁਬਤ ਟਰੀ। ਕੋਈ ਨਾ ਤਾਹੇ ਸਮਾਨ, ਕੋਈ ਦੁਨੀਆ ਵਿੱਚ ਉਹਨਾਂ ਦੀ ਬਰਾਬਰਤਾ ਕਰਨ ਵਾਲਾ ਨਹੀਂ, ਵੀ ਉਹਨਾਂ ਦੇ ਬਰਾਬਰ ਕੋਈ ਹੋਵੇ, ਕੋਈ ਨਹੀਂ ਐਸਾ। ਇਸ ਲਈ ਜਿਨ੍ਹਾਂ ਨੂੰ ਮਿਲ ਕੇ ਕੁਬੁੱਧ, ਕੁਬੁੱਧ ਕਹਿੰਦੇ ਆ ਭੈੜੀ ਮੱਤ, ਜਿਨ੍ਹਾਂ ਦੇ ਮਿਲਾਪ ਵਿੱਚ ਭੈੜੀ ਮੱਤ ਖਤਮ ਹੋ ਜਾਂਦੀ ਹੈ, ਚੰਗੀ ਮੱਤ ਅੰਦਰ ਜਿਹੜੀ ਆ ਉਹ ਬਣਦੀ ਹੈ, ਮਨ ਦੀ ਖੋਟ ਖਤਮ ਹੋ ਜਾਂਦੀ ਹੈ, ਅੰਦਰੋਂ ਸ਼ੰਕਾ ਖਤਮ ਤੇ ਸ਼ਰਧਾ ਬਣ ਜਾਂਦੀ ਹੈ। ਐਸੇ ਗੁਰੂ ਨਾਨਕ ਜੀ ਦਾ ਮੈਂ ਦੀਦਾਰ ਕਰਕੇ ਆਇਆ ਜਿਨ੍ਹਾਂ ਦਾ ਮਿਲਾਪ ਅੰਦਰ ਦੀ ਭੈੜੀ ਮੱਤ ਨੂੰ ਖਤਮ ਕਰ ਦਿੰਦਾ ਹੈ।
ਜਦੋਂ ਅਸੀਂ ਪੂਰੇ ਗੁਰੂ ਦੀ ਸੰਗਤ ਵਿੱਚ ਆਵਾਂਗੇ, ਸੱਚ ਜਾਣਿਓ ਜੇ ਤਾਂ ਜੁੜ ਕੇ ਚੱਲੇ ਆ, ਫਿਰ ਤਾਂ ਭੈੜੀ ਮਤ ਖਤਮ ਕਰਕੇ ਤੇ ਚੰਗੀ ਮਤ ਲੈ ਕੇ ਚੱਲੇ ਆ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਦੁਰਮਤ ਦਾ ਅਰਥ ਹੁੰਦਾ ਭੈੜੀ ਮਤ, ਤੇ ਕੁਬੁੱਧ ਦਾ ਅਰਥ ਵੀ ਇਹੀ ਹੈ। ਕਹਿੰਦੇ ਜਦੋਂ ਵੱਡੇ ਭਾਗ ਨਾਲ ਪੂਰੇ ਗੁਰੂ ਦੀ ਸੰਗਤ ਨਸੀਬ ਹੋਵੇ ਤਾਂ ਭੇਟਤ ਦਾ ਅਰਥ ਹੁੰਦਾ ਮਿਲਾਪ। ਪੂਰੇ ਗੁਰੂ ਦਾ ਮਿਲਾਪ ਅੰਦਰ ਦੀ ਭੈੜੀ ਮਤ ਨੂੰ ਖਤਮ ਕਰ ਦਿੰਦਾ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਤਾਂ ਹੀ ਤੇ ਗੁਰੂ ਸਾਹਿਬ ਨੇ ਆਖਿਆ ਸੀ ਲੋਹਰੀ ਪਾ ਤੂੰ ਇਹਨਾਂ ਜੋਗੀਆਂ ਵਿੱਚੋਂ ਜੋਗੀਆਂ ਦੀ ਖਾਣ ਹੈ। ਇਹਨੇ ਆ ਕੇ ਦੱਸਿਆ ਗੋਰਖਨਾਥ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਜਿਨ੍ਹਾਂ ਨੂੰ ਮਿਲ ਕੇ ਭੈੜੀ ਮਤ ਖਤਮ ਹੋ ਜਾਂਦੀ ਹੈ। ਕੋ ਨਹਿ ਜੀਤਨ ਕੋ ਸਮਰਥ, ਸੁਨੇ ਪੁਨ ਗੋਰਖ ਜੋ ਚਰੀ। ਜਦੋਂ ਲੋਹਰੀ ਪਾ ਇਸ ਤਰ੍ਹਾਂ ਆ ਕੇ ਆਖ ਰਿਹਾ ਸੀ ਵੀ ਕਹਿੰਦੇ ਉਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ, ਕੋਈ ਦੁਨੀਆ ਵਿੱਚ ਐਸਾ ਨਹੀਂ ਜਿਹੜਾ ਨਾਨਕ ਜੀ ਨੂੰ ਜਿੱਤ ਲਵੇ। ਜਦੋਂ ਇੰਨੀ ਗੱਲ ਗੋਰਖਨਾਥ ਨੇ ਸੁਣੀ ਹੈ, ਬੈਸਟ ਗਏ ਮੁਖ ਤੁਸਨ ਕਰੀਏ, ਨਹੀਂ ਔਰ ਕੋ ਸੁਣਈਏ ਜਿਉ ਕਰੇ ਅਭਮਾਨ ਕੋ। ਤੇ ਗੋਰਖਨਾਥ ਪਤਾ ਕੀ ਕਹਿੰਦਾ ਹੈ? ਕਹਿੰਦਾ ਬਹਿ ਜਾ ਚੁੱਪ ਕਰਕੇ, ਐਵੇਂ ਉੱਚੀ ਉੱਚੀ ਨਾ ਬੋਲ, ਨਾਲ ਦੇ ਹੋਰਾਂ ਨੂੰ ਵੀ ਸੁਣਾਏਗਾ ਤੇ ਉਹ ਵੀ ਤੇਰੀਆਂ ਗੱਲਾਂ ਵਿੱਚ ਆ ਜਾਣਗੇ। ਜਦੋਂ ਬੰਦਾ ਸੱਚ ਬੋਲਦਾ ਨਾ ਸੱਚ, ਤੇ ਇਹੀ ਕਿਹਾ ਜਾਂਦਾ ਵੀ ਚੁੱਪ ਕਰ ਜਾ, ਬੋਲ ਨਾ। ਕਿਉਂ? ਕਿਉਂਕਿ ਕੋਈ ਹੋਰ ਨਾ ਸੁਣ ਲਵੇ। ਜਦੋਂ ਸੱਚ ਹੋਰ ਕੋਈ ਸੁਣ ਲੇਗਾ ਤੇ ਫਿਰ ਪਤਾ ਲੱਗ ਜਾਏਗਾ ਵੀ ਆਹ ਝੂਠ ਹੈ ਤੇ ਇਹ ਸੱਚ ਹੈ। ਇਸ ਲਈ ਸੱਚ ਨੂੰ ਉੱਥੇ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਝਗੜਾ ਕਾਹਦਾ ਹੈ? ਝਗੜਾ ਇਹ ਹੈ ਵੀ ਸੱਚ ਜਿਹੜਾ ਉਹ ਹਜ਼ਮ ਕਰਨਾ ਬੜਾ ਔਖਾ ਹੈ। ਝੂਠ ਬੜੀ ਛੇਤੀ ਹਜ਼ਮ ਹੋ ਜਾਂਦਾ ਹੈ, ਕਿਉਂਕਿ ਚਾਰੇ ਪਾਸੇ ਕੂੜ ਦਾ ਬੋਲ ਬੱਲਾ ਹੈ, ਝੂਠ ਦਾ ਬੋਲ ਬੱਲਾ ਹੈ। ਇਸ ਕਰਕੇ ਝੂਠ ਹਜ਼ਮ, ਜਿਵੇਂ ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ, ਅਸੀਂ ਅੱਜ ਮਿਲਾਵਟੀ ਭੋਜਨ ਖਾ ਖਾ ਕੇ ਉਦਾਂ ਦੇ ਹੋ ਗਏ ਹਾਂ। ਜੇ ਕਿਤੇ ਸਾਨੂੰ ਸ਼ੁੱਧ ਭੋਜਨ ਖਾਣਾ ਪੈ ਜਾਏ, ਪਚੇਗਾ ਨਹੀਂ, ਹਜ਼ਮ ਨਹੀਂ ਹੋਏਗਾ, ਸਾਨੂੰ ਸਾਡਾ ਪੇਟ ਖਰਾਬ ਹੋ ਜਾਏਗਾ, ਕਿਉਂਕਿ ਅਸੀਂ ਮਿਲਾਵਟੀ ਖਾ ਖਾ ਕੇ ਉਸ ਤਰ੍ਹਾਂ ਦੇ ਹੋ ਚੁੱਕੇ ਹਾਂ। ਬਸ ਇਸੇ ਤਰ੍ਹਾਂ ਸੱਚ ਝੂਠ ਹੈ, ਝੂਠ ਦੇ ਆਦੀ ਹੋ ਚੁੱਕੇ ਹਾਂ, ਸੱਚ ਹਜ਼ਮ ਕੋਈ ਨਹੀਂ ਹੁੰਦਾ ਸਾਨੂੰ। ਜਦੋਂ ਵੀ ਸੱਚ ਦੀ ਗੱਲ ਹੋਏਗੀ ਅਸੀਂ ਕਹਾਂਗੇ ਇਹਨੂੰ ਬੰਦ ਕਰਾਓ, ਚੁੱਪ ਕਰਾਓ। ਕਿਉਂ? ਕਿਉਂਕਿ ਹਜ਼ਮ ਕਰਨਾ ਔਖਾ ਹੈ। ਹੁਣ ਗੋਰਖਨਾਥ ਨੂੰ ਸੱਚ ਹਜ਼ਮ ਨਹੀਂ ਹੋਇਆ, ਉਹਨੇ ਆਖਿਆ ਚੁੱਪ ਕਰਕੇ ਬੈਠ, ਐਵੇਂ ਉੱਚੀ ਬੋਲੀ ਜਾਣਾ ਹੈ, ਬਾਕੀਆਂ ਨੂੰ ਵੀ ਸੁਣਾਏਗਾ। ਤੇ ਜਦੋਂ ਬਾਕੀਆਂ ਨੂੰ ਵੀ ਸੁਣਾਏਗਾ ਤੇ ਫਿਰ ਗੁਰੂ ਨਾਨਕ ਜੀ ਨੂੰ ਮੇਰੇ ਅੱਗੇ ਕੌਣ ਲਿਆ ਕੇ ਝੁਕਾਏਗਾ? ਇਸ ਲਈ ਕਹਿੰਦੇ ਨੇ ਇੱਕਦਮ ਉਹਨੂੰ ਚੁੱਪ ਕਰਾਉਂਦਿਆਂ ਆਖਿਆ, ਬੈਸ ਢਿੱਗ ਆਈਏ, ਬਹਿ ਜਾ ਮੇਰੇ ਕੋਲ, ਮੁਖ ਤੂਸ਼ਨ ਕਰਈਏ, ਮੁਖ ਤੋਂ ਚੁੱਪ ਕਰ, ਅੱਗੋਂ ਕੁਝ ਨਹੀਂ ਬੋਲਣਾ, ਨਾ ਔਰ ਕੋ ਸੁਣਾਈਏ, ਕਿਸੇ ਹੋਰ ਨੂੰ ਨਾ ਸੁਣਾਈ। ਜੋ ਤੂੰ ਇੱਥੇ ਆ ਕੇ ਬੋਲ ਰਿਹਾ ਹੈ ਉਹ ਕਿਸੇ ਹੋਰ ਨੂੰ ਨਾ ਸੁਣਾਵੀਂ। ਬਾਤ ਕੋ ਕਰਾਏ ਜਬ ਮਾਨ ਮਿਟ ਜਾਏ ਤਬ, ਜਾਨਤ ਸੁਨਹੀ ਅਬ ਹਮਰੇ ਸਮਾਨ ਕੋ। ਕਹਿੰਦੇ ਨੇ ਤੂੰ ਕਹਿ ਰਿਹਾ ਵੀ ਨਾਨਕ ਜੀ ਦੇ ਕੋਈ ਸਮਾਨ ਨਹੀਂ, ਉਹਨਾਂ ਦੀ ਬਰਾਬਰਤਾ ਕਰਨ ਵਾਲਾ ਕੋਈ ਨਹੀਂ, ਪਰ ਤੂੰ ਇਸ ਗੱਲ ਨੂੰ ਕਿਉਂ ਭੁੱਲ ਗਿਆ ਵੀ ਮੇਰੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੈ। ਦੁਨੀਆ ਵਿੱਚ ਝਗੜਾ ਕਾਹਦਾ ਹੈ? ਕੁੜਿਆਰ ਤੇ ਸਚਿਆਰ ਜਦੋਂ ਆਮੋ ਸਾਹਮਣੇ ਹੋਣਗੇ ਝਗੜਾ ਹੋਏਗਾ, ਝੂਠਾ ਤੇ ਸੱਚਾ ਜਦੋਂ ਆਮੋ ਸਾਹਮਣੇ ਹੋਏਗਾ ਟਕਰਾਰ ਹੋਏਗਾ। ਪ੍ਰਹਿਲਾਦ ਤੇ ਹਰਨਾਕਸ਼ ਦਾ ਝਗੜਾ ਕਾਹਦਾ ਸੀ? ਹਾਲਾਂਕਿ ਪਿਓ ਪੁੱਤਰ ਦਾ ਰਿਸ਼ਤਾ ਹੈ, ਪਿਓ ਪੁੱਤਰ ਦਾ ਰਿਸ਼ਤਾ ਹੈ, ਪਰ ਝਗੜਾ ਕਾਹਦਾ ਹੈ? ਇੱਕ ਸੱਚ ਹੈ ਤੇ ਇੱਕ ਝੂਠ ਹੈ। ਧੰਨ ਗੁਰੂ ਰਾਮਦਾਸ ਜੀ ਨੇ ਕਿਉਂ ਆਖਿਆ ਕਾਹੇ ਪੂਤ ਝਗੜਤ ਹੋ ਸੰਗ ਬਾਪ? ਕਿਉਂਕਿ ਜਿਸ ਅਵਸਥਾ 'ਚ ਗੁਰੂ ਰਾਮਦਾਸ ਮਹਾਰਾਜ ਪ੍ਰਿਥੀ ਚੰਦ ਨੂੰ ਲਿਆਉਣਾ ਚਾਹੁੰਦੇ ਆ, ਪ੍ਰਿਥੀ ਚੰਦ ਮਾਇਆਵੀ ਰੰਗਾਂ ਵਿੱਚ ਰੰਗਿਆ ਹੋਇਆ ਹੈ, ਇਸ ਲਈ ਟਕਰਾਰ ਹੋ ਰਿਹਾ ਹੈ। ਇੱਥੇ ਹੁਣ ਕਹਿੰਦੇ ਤੂੰ ਚੁੱਪ ਕਰਕੇ ਬੈਠ, ਬਾਕੀਆਂ ਨੂੰ ਇਹ ਗੱਲ ਨਾ ਪਤਾ ਲੱਗ ਜਾਏ, ਤੇ ਕਿਉਂਕਿ ਜਿਹੜੇ ਬਾਕੀ ਦੇ ਨੇ ਉਹ ਇਹ ਸਮਝਦੇ ਆ ਵੀ ਗੋਰਖਨਾਥ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਹ ਹੰਕਾਰ, ਇਹ ਮਾਣ ਜਿਹੜਾ ਅੰਦਰ ਬਣਿਆ ਹੋਇਆ ਹੈ, ਇਸ ਲਈ ਤੂੰ ਮੇਰੇ ਕੋਲ ਚੁੱਪ ਕਰਕੇ ਬੈਠਣਾ ਕਰ। ਗੋਰਖ ਅਲਾਏ ਸਦਲੀ ਨੇ ਹੈ ਬੁਲਾਏ ਸਭ, ਵੈਸੇ ਆਏ ਆਏ ਕਹਿ ਆਦੇਸਤ ਮਹਾਨ ਕੋ। ਉਸੇ ਵੇਲੇ ਇਹਨੂੰ ਕਹਿੰਦੇ ਲੋਹਰੀਪਾ ਨੂੰ ਚੁੱਪ ਕਰਾ ਦਿੱਤਾ। ਇਸ ਤੋਂ ਪਹਿਲਾਂ ਵੀ ਜਿਹੜਾ ਗਿਆ ਸੀ ਉਹਨੂੰ ਵੀ ਕੋਲ ਬਿਠਾ ਦਿੱਤਾ ਚੁੱਪ ਕਰਾ ਕੇ। ਲੋਹਰੀਪਾ ਵੀ ਚੁੱਪ ਕਰਕੇ ਬੈਠ ਗਿਆ। ਫਿਰ ਗੋਰਖ ਅਲਾਏ ਸਿੱਧ ਲੀਨੇ ਹੈ ਬੁਲਾਏ, ਫਿਰ ਬਾਕੀ ਜਿੰਨੇ ਸਿੱਧ ਸਨ ਉਹਨਾਂ ਸਾਰਿਆਂ ਨੂੰ ਆਵਾਜ਼ ਦੇ ਕੇ ਬੁਲਾਉਣਾ ਕੀਤਾ। ਗੋਰਖ ਉਚਾਰੀ ਤੂੰ ਮੈਂ ਸਿੱਧ ਕਲਾ ਤਾਰੀ, ਕੋ ਜੀਤੇ ਬਦਕਾਰੀ ਜਾਏ ਨਾਨਕ ਸੁਜਾਨ ਕੋ। ਫਿਰ ਕਹਿੰਦੇ ਗੋਰਖਨਾਥ ਨੇ ਆਪਣੇ ਚੇਲਿਆਂ ਨੂੰ, ਜਿਹੜੇ ਸਿੱਧ ਜੋਗੀ ਆ ਕੇ ਬੈਠ ਗਏ, ਉਹਨਾਂ ਨੂੰ ਆਖਣਾ ਕੀਤਾ, ਕਹਿਣ ਲੱਗੇ ਤੁਹਾਡੇ ਚੋਂ ਹੈ ਕੋਈ ਐਸਾ ਜਿਹੜਾ ਨਾਨਕ ਜੀ ਨੂੰ ਲਿਆ ਕੇ ਮੇਰੇ ਅੱਗੇ ਝੁਕਾ ਸਕੇ, ਜਿਹੜਾ ਉਹਨਾਂ ਨੂੰ ਮੇਰਾ ਚੇਲਾ ਜਿਹੜਾ ਉਹ ਬਣਾ ਕੇ ਲਿਆ ਸਕੇ? ਕੋਈ ਹੈ ਜਿਹੜਾ ਗੁਰੂ ਨਾਨਕ ਜੀ ਨਾਲ ਵਾਦ ਦਾ ਅਰਥ ਹੈ ਝਗੜਾ ਹੁੰਦਾ ਵੈਸੇ, ਕਿ ਜਾ ਕੇ ਉਹਨਾਂ ਨਾਲ ਚਰਚਾ ਕਰੇ ਤੇ ਚਰਚਾ ਕਰਕੇ ਉਹਨਾਂ ਨੂੰ ਹਰਾ ਕੇ ਮੇਰੇ ਕਦਮਾਂ ਵਿੱਚ ਲੈ ਕੇ ਆਉਣਾ ਕਰੇ? ਤੁਹਾਡੇ ਵਿੱਚੋਂ ਕੋਈ ਐਸਾ ਹੈ ਜਿਹੜਾ ਉਹਨਾਂ ਨਾਲ ਜਾ ਕੇ ਬਹਿਸ ਕਰ ਸਕੇ, ਝਗੜਾ ਕਰ ਸਕੇ? ਜੋ ਸੁਨ ਪੰਗਰ ਨਾਥ ਉਠਿਓ, ਮੁਝਾਏ ਸਦੇ ਹੋ ਬਿਲੋਕ ਹੋ ਜਾਈ। ਕਹਿੰਦੇ ਜਦੋਂ ਸਾਰੇ ਸਿੱਧ ਜੋਗੀਆਂ ਨੇ ਗੋਰਖਨਾਥ ਦੀ ਗੱਲ ਸੁਣੀ ਹੈ, ਉਸੇ ਵੇਲੇ ਕਹਿੰਦੇ ਭੰਗਰਨਾਥ ਉੱਠਿਆ। ਫਿਰ ਭੰਗਰਨਾਥ ਉੱਠ ਕੇ ਕਹਿੰਦਾ ਮੁਝ ਆਇਸ ਦੇਹੋ ਬਿਲੋਕੋਂ ਜਾਈ, ਮੈਨੂੰ ਦਿਓ ਆਗਿਆ। ਗੋਰਖਨਾਥ ਗੁਰੂ ਜੀ ਮੈਨੂੰ ਆਗਿਆ ਦਿਓ, ਮੈਂ ਜਾ ਕੇ ਨਾਨਕ ਜੀ ਨੂੰ ਬਿਲੋਕੋ ਦਾ ਅਰਥ ਦੇਖਣਾ ਕਰਦਾ ਹਾਂ। ਕੋ ਸਮਰੱਥ ਅਰੇ ਹਮਰੇ ਸੰਗ, ਜਾ ਕਲਕਾਲ ਨ ਦੇਤ ਦਿਖਾਈ। ਜਿਹੜਾ ਹੈ ਇੰਨੀ ਸਮਰੱਥਾ ਵਾਲਾ, ਜਿਹੜਾ ਮੇਰੇ ਅੱਗੇ ਖਲੋ ਜਾਏ, ਹੰਕਾਰ ਬੋਲਦਾ ਨਾ ਬੰਦਾ, ਕਹਿੰਦਾ ਕਿਹਦੇ ਵਿੱਚ ਇੰਨੀ ਤਾਕਤ ਹੈ ਜਿਹੜਾ ਮੇਰੇ ਅੱਗੇ ਖਲੋ ਸਕੇ? ਇਹਨੇ ਵੀ ਭੰਗਰਨਾਥ ਨੇ ਆਖਿਆ ਕੋ ਸਮਰੱਥ ਅਰੇ ਹਮਰੇ ਸੰਗ, ਕਿਹਦੇ ਵਿੱਚ ਇੰਨੀ ਸਮਰੱਥਾ ਪਾਵਰ ਹੈ ਜਿਹੜਾ ਮੇਰੇ ਅੱਗੇ ਖਲੋ ਜਾਏ ਜਾਂ ਮੇਰੇ ਅੱਗੇ ਅੜ ਜਾਏ? ਕਿਸੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਇਸ ਕਲਯੁਗ ਦੇ ਵਿੱਚ ਕੋਈ ਵੀ ਐਸਾ ਨਹੀਂ ਜਿਹੜਾ ਮੇਰੇ ਅੱਗੇ ਖਲੋ ਸਕੇ। ਕਹਿ ਤੋ ਹਟਾਏ ਕੈ ਪਾਸੇ ਪਠਾਏ ਹੋ, ਨਾ ਤੁਰਵਾਨੇ ਗੋ ਪਾਈ ਲਗਾਈ। ਇਹ ਹੁਣ ਭੰਗਰਨਾਥ ਕਹਿੰਦਾ ਗੁਰੂ ਗੋਰਖਨਾਥ ਜੀ, ਜਾਂ ਤੇ ਮੈਂ ਉਹਨਾਂ ਨੂੰ ਪਿਛਾਂ ਨੂੰ ਮੋੜ ਕੇ ਆਵਾਂਗਾ, ਤੇ ਜਾਂ ਫਿਰ ਮੈਂ ਲਿਆ ਕੇ ਤੁਹਾਡੇ ਕਦਮਾਂ ਦੇ ਵਿੱਚ ਉਹਨਾਂ ਨੂੰ ਝੁਕਾ ਦਿਆਂਗਾ। ਦੋ ਹੀ ਕੰਮ ਕਰਾਂਗਾ, ਜਾਂ ਤੇ ਉਹਨਾਂ ਨੂੰ ਕਹਾਂਗਾ ਵੀ ਪਿੱਛੇ ਮੁੜ ਜਾਓ, ਵਾਪਸ ਅੱਗੇ ਨਹੀਂ ਜਾਣਾ, ਤੇ ਜੇ ਅੱਗੇ ਜਾਣਾ ਤੇ ਫਿਰ ਗੁਰੂ ਗੋਰਖਨਾਥ ਦਾ ਚੇਲਾ ਬਣਨਾ ਪੈਣਾ। ਜਾਂ ਤੇ ਤੁਹਾਡੇ ਕਦਮਾਂ ਵਿੱਚ ਲੈ ਕੇ ਆਵਾਂਗਾ, ਤੇ ਜਾਂ ਫਿਰ ਹਟਾਏ ਪਾਛੈ ਪਠਾਏ, ਫਿਰ ਜਾਂ ਉਹਨਾਂ ਨੂੰ ਪਿਛਾਂ ਨੂੰ ਮੋੜ ਕੇ ਆਵਾਂਗਾ। ਤਾਰਨ ਤੋਰਨ ਕੀ ਸ਼ਕਤੀ ਮਮ, ਕੋਪ ਪੁਰਾ ਨਰ ਧੀਰ ਤਰਾਈ। ਬੜੇ ਹੰਕਾਰ ਦੀ ਬੋਲੀ ਬੋਲਿਆ। ਕਹਿੰਦਾ ਤੁਹਾਨੂੰ ਪਤਾ ਹੀ ਹੈ ਤਾਰਨ ਤੋੜ ਕੀ ਸ਼ਕਤੀ, ਮੈਂ ਤੇ ਤਾਰੇ ਤੋੜਨ ਦੀ ਵੀ ਸ਼ਕਤੀ ਰੱਖਦਾ। ਇੰਨੀ ਪਾਵਰ ਹੈ ਮੇਰੇ ਵਿੱਚ, ਇੰਨੀ ਮੈਂ ਤਪੱਸਿਆ ਕੀਤੀ ਹੈ, ਇੰਨੀ ਰਿੱਧੀ ਸਿੱਧੀ ਮੇਰੇ ਕੋਲ ਹੈ, ਮੈਂ ਤਾਰੇ ਵੀ ਤੋੜ ਸਕਦਾ। ਤੇ ਮੇਰੇ ਅੱਗੇ ਕੌਣ ਟਿਕ ਸਕਦਾ ਹੈ? ਮੇਰੇ ਅੱਗੇ ਕੋਈ ਧੀਰਜ ਧਾਰ ਕੇ ਟਿਕ ਨਹੀਂ ਸਕੇਗਾ। ਗੋਰਖ ਆਇਸ ਦੇਤ ਪਇਓ, ਤੁਮ ਜੀਤ ਹੋ ਜਾਈ ਕੈ ਬਾਦੋ ਚਾਰੋ। ਗੋਰਖਨਾਥ ਸੁਣ ਕੇ ਭੰਗਰਨਾਥ ਦੀ ਗੱਲ ਖੁਸ਼ ਹੋਇਆ। ਕਹਿੰਦਾ ਜਾਓ, ਮੈਨੂੰ ਪਤਾ ਹੈ ਤੂੰ ਨਾਨਕ ਜੀ ਨੂੰ ਮੇਰੇ ਕਦਮਾਂ ਵਿੱਚ ਲੈ ਕੇ ਆਏਗਾ, ਤੇਰੇ ਅੱਗੇ ਝੁਕ ਜਾਣਗੇ ਉਹ, ਜਾ ਕੇ ਉਹਨਾਂ ਨਾਲ ਚਰਚਾ ਕਰੋ, ਉਹਨਾਂ ਦੇ ਨਾਲ ਜਾ ਕੇ ਆਪਣੀ ਵਿਚਾਰ ਜਿਹੜੀ ਉਹਨਾਂ ਅੱਗੇ ਰੱਖੋ, ਤਾਂ ਕਿ ਉਹ ਮੇਰੇ ਕੋਲ ਆ ਜਾਵਣ। ਬੋਲਨ ਮੈਂ ਸਭ ਭਾਂਤ ਪ੍ਰਵੀਨ ਹੈ, ਪੰਥ ਮੈਂ ਆਨ ਹੋ ਜੈਸ ਨਿਹਾਰੋ। ਤੂੰ ਬੋਲਣ ਦੇ ਵਿੱਚ ਕਹਿੰਦੇ ਸਮਰੱਥ ਹੈ, ਤੇਰੇ ਅੱਗੇ ਬੋਲਣ ਵਿੱਚ ਕੋਈ ਤੇਰੇ ਤੋਂ ਅੱਗੇ ਨਹੀਂ ਲੰਘ ਸਕਦਾ, ਤੂੰ ਬੜਾ ਵਧੀਆ ਬੋਲਦਾ ਹੈ, ਇਸ ਲਈ ਜਾ ਕੇ ਨਾਨਕ ਜੀ ਨੂੰ ਮੇਰੇ ਪੰਥ ਵਿੱਚ ਲੈ ਕੇ ਆ, ਜੋਗ ਮਤ ਵਿੱਚ। ਮੈਂ ਆਪਣੇ ਪੰਥ ਵਿੱਚ, ਜੋਗ ਮਤ ਵਿੱਚ ਵਾਧਾ ਕਰਨਾ ਚਾਹੁੰਦਾ ਹਾਂ। ਸਰੋਨ ਪ੍ਰਸ਼ੰਸ ਸੁਣੀ ਗਰਭਿਓਰ,
ਭੰਗਰ ਤੂਰਨ ਕੀਨ ਪਧਾਰੋ। ਕਹਿੰਦੇ ਜਦੋਂ ਇਹਨੇ ਪ੍ਰਸ਼ੰਸਾ ਸੁਣੀ, ਜਦੋਂ ਗੋਰਖਨਾਥ ਨੇ ਆਖਿਆ ਨਾ ਤੂੰ ਤੇ ਬੋਲਦਾ ਹੀ ਬੜਾ ਵਧੀਆ ਹੈ, ਜਦੋਂ ਤੂੰ ਬੋਲਦਾ ਹੈ ਤੇਰੇ ਅੱਗੇ ਕੋਈ ਟਿਕ ਹੀ ਨਹੀਂ ਸਕਦਾ, ਤੇਰੇ ਬੋਲਾਂ ਵਿੱਚ ਹੀ ਇੰਨੀ ਪਾਵਰ ਹੈ ਕਿ ਤੇਰੇ ਅੱਗੇ ਕੋਈ ਟਿਕ ਹੀ ਨਹੀਂ ਸਕੇਗਾ। ਜਦੋਂ ਇਹਨੇ ਆਪਣੀ ਪ੍ਰਸ਼ੰਸਾ ਸੁਣੀ ਤੇ ਗਰਭ ਔਰ ਹਿਰਦੇ ਦਾ ਹੰਕਾਰ ਹੋਰ ਵੱਧ ਗਿਆ। ਕਹਿੰਦੇ ਹੰਕਾਰ ਵਧਿਆ, ਉਸੇ ਵੇਲੇ ਤੂਰਨ ਕੀਏ, ਉਸੇ ਵੇਲੇ ਨਾਨਕ ਜੀ ਵੱਲ ਨੂੰ ਤੁਰ ਪਿਆ। ਮੂਰਖ ਭੇਦਨ ਜਾਣਤ ਜੋ ਨਿਗਮਾਰਗ ਕੋ ਇਹ ਧਾਮ ਰੂਪ ਧਾਰੇ। ਕਵੀ ਜੀ ਕਹਿ ਰਹੇ ਨੇ ਕਿ ਇਹ ਮੂਰਖ ਹੈ, ਜਾਂ ਭਾਈ ਬਾਲਾ ਜੀ ਸੁਣਾ ਰਹੇ ਨੇ, ਕਹਿੰਦੇ ਮੂਰਖ ਭੇਦ ਨਾ ਜਾਣਤ, ਇਹ ਮੂਰਖ ਹੈ, ਇਹਨੂੰ ਭੇਦ ਨਹੀਂ ਪਤਾ ਵੀ ਕਿਹਦੇ ਸਾਹਮਣੇ ਖਲੋਣ ਚੱਲਿਆ ਹੈ, ਕਿਹਦੇ ਨਾਲ ਵਿਚਾਰਾਂ ਕਰਨ ਵਾਸਤੇ ਚੱਲਿਆ ਹੈ। ਉਹ ਗੁਪਤ ਰੂਪ ਵਿੱਚ ਵੀ ਆਪ ਹੈ ਤੇ ਪ੍ਰਗਟ ਰੂਪ ਵਿੱਚ ਵੀ ਆਪ ਹੈ, ਉਹ ਸਰਗੁਣ ਰੂਪ ਵਿੱਚ ਵੀ ਆਪ ਹੈ ਤੇ ਨਿਰਗੁਣ ਰੂਪ ਦੇ ਵਿੱਚ ਵੀ ਆਪ ਹੈ। ਜੋ ਗੱਲ ਲੋਹਰੀਪਾਂ ਨੂੰ ਸਮਝ ਆ ਗਈ, ਅਜੇ ਭੰਗਰਨਾਥ ਇਸ ਗੱਲ ਤੋਂ ਅਣਜਾਣ ਹੈ। ਕਵੀ ਜੀ ਕਹਿੰਦੇ ਨੇ ਮੂਰਖ ਹੈ, ਇਹਨੂੰ ਪਤਾ ਹੀ ਨਹੀਂ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਉਹ ਸਰਗੁਣ ਵਿੱਚ ਵੀ ਆਪ ਹੈ ਤੇ ਨਿਰਗੁਣ ਵਿੱਚ ਵੀ ਆਪ ਹੈ, ਪਰ ਇਸ ਮੂਰਖ ਨੂੰ ਨਹੀਂ ਪਤਾ ਹੈ। ਸ੍ਰੀ ਗੁਰੂ ਜੀ ਗਮਨੇ ਤੋ ਆਗੇ ਕੋ ਮੰਦ ਹੀ ਮੰਦ ਸੋ ਚਾਲ ਸੁਹਾਈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਾਥੀ ਨੂੰ ਨਾਲ ਲੈ ਕੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਕਹਿ ਰਿਹਾ ਕਿ ਸਾਨੂੰ ਨਾਲ ਲੈ ਕੇ ਗੁਰੂ ਜੀ ਗਮਨੇ ਅੱਗੇ ਨੂੰ ਚੱਲ ਰਹੇ ਸਨ। ਉੱਚੇ ਗਏ ਜਬ ਹੀ ਬਹੁਤੇ ਮਰਦਾਨੇ ਤਬਹਿ ਮੁਖ ਬਾਣੀ ਅਲਾਈ। ਕਹਿੰਦੇ ਜਦੋਂ ਅਸੀਂ ਹੋਰ ਉਚਾਈ ਤੇ ਚਲੇ ਗਏ, ਜਦੋਂ ਬਹੁਤ ਉਚਾਈ ਤੇ ਅਸੀਂ ਪਹੁੰਚ ਗਏ, ਫਿਰ ਭਾਈ ਮਰਦਾਨਾ ਜੀ ਬੋਲਦੇ ਹਨ, ਦੇਖ ਰਹੇ ਹੋ ਨਿਜ ਲੋਚਨ ਸੰਗ ਮਯੰਕ ਅਵੇ ਨਹਿ ਦੇਤ ਦਿਖਾਈ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੀ ਉਚਾਈ ਤੇ ਆਪਾਂ ਆ ਗਏ ਹਾਂ, ਮੈਨੂੰ ਤਾਂ ਹੁਣ ਕੁਝ ਦਿਖਾਈ ਨਹੀਂ ਦਿੰਦਾ ਹੈ। ਉਪਰ ਹੈ ਕਿ ਨਹੀਂ ਸਥਾਨ ਕਹਾਂ ਲਗ ਜਾਬਹੁ ਦੇਹੁ ਬਤਾਈ। ਮਹਾਰਾਜ ਜੀ ਹੁਣ ਤੇ ਮੈਨੂੰ ਕੁਝ ਵੀ ਨਹੀਂ ਦਿਸਦਾ, ਸੂਰਜ ਚੰਦਰਮਾ ਇਹ ਕੁਝ ਵੀ ਦਿਖਾਈ ਜਿਹੜਾ ਉਹ ਨਹੀਂ ਦਿੰਦਾ ਹੈ। ਸੁਨ ਕੇ ਗੁਣ ਐਨ ਪਨੈ ਮੁਖ ਬੈਨ ਰਹਿਓ ਪਤ ਐਨ ਸੋ ਨੀਚੇ ਹਮਾਰੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਾਂ ਇਦਾਂ ਕਹਿ ਲਈਏ ਕਿ ਸੁਰਤ ਹੀ ਇੰਨੀ ਉੱਚੀ ਚਲੀ ਗਈ ਹੈ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਤ੍ਰੈ ਗੁਣੀ ਸੰਸਾਰ, ਇਹ ਨੀਵਾਂ ਰਹਿ ਗਿਆ। ਇੱਕ ਵਿਗਿਆਨਕ ਤਲ ਤੇ ਆਪਾਂ ਸੌਖਾ ਸਮਝ ਲਾਂਗੇ ਗੱਲ ਨੂੰ ਕਿ ਜਿਵੇਂ ਇੱਕ ਗੇਂਦ ਹੁੰਦੀ ਹੈ ਨਾ, ਗੇਂਦ ਅਸੀਂ ਗੇਂਦ ਉੱਪਰ ਸੁੱਟਦੇ ਹਾਂ, ਉਹ ਥੱਲੇ ਆ ਜਾਂਦੀ ਹੈ ਕਿਉਂਕਿ ਧਰਤੀ ਖਿੱਚ ਕਰਦੀ ਹੈ, ਉਹ ਖਿੱਚ ਲੈਂਦੀ ਹੈ, ਧਰਤੀ ਦੀ ਪਕੜ ਹੈ। ਪਰ ਜਦੋਂ ਧਰਤੀ ਦੀ ਪਕੜ ਤੋਂ ਉੱਚੇ ਹੋ ਜਾਣਗੇ ਤੇ ਫਿਰ ਥੱਲੇ ਨਹੀਂ, ਫਿਰ ਬੰਦਾ ਉੱਤੇ ਹੀ ਰਹਿ ਜਾਂਦਾ ਹੈ। ਜਿਸ ਤਰ੍ਹਾਂ ਸਾਡੇ ਵਿਗਿਆਨਕ ਜਿਹੜੇ ਨੇ ਇਹ ਜਾਂਦੇ ਨੇ, ਜਦੋਂ ਨਾਸਾ ਦੇ ਵਿਗਿਆਨਕ ਜਾਂਦੇ ਨੇ, ਉਹ ਉਚਾਈਆਂ ਨੂੰ ਜਾ ਕੇ ਛੂਹ ਲੈਂਦੇ ਨੇ ਜਦੋਂ, ਤੇ ਉਹ ਫਿਰ ਹਵਾ ਦੇ ਵਿੱਚ ਹੀ ਰਹਿੰਦੇ ਨੇ ਕਿਉਂਕਿ ਉੱਥੇ ਫਿਰ ਧਰਤੀ ਦੀ ਪਕੜ ਖਤਮ ਹੋ ਜਾਂਦੀ ਹੈ, ਉੱਥੇ ਆਸਮਾਨ ਦੀ ਪਕੜ ਬਣ ਜਾਂਦੀ ਹੈ ਜਿੱਥੇ ਆਕਸੀਜਨ ਖਤਮ ਹੋ ਜਾਏ ਜਾ ਕੇ। ਇਸੇ ਤਰ੍ਹਾਂ ਸੁਰਤ ਇੰਨੀ ਉੱਚੀ ਲੈ ਜਾਓ ਕਿ ਜਿੱਥੇ ਤ੍ਰੈ ਗੁਣੀ ਮਾਇਆ ਦੀ ਪਕੜ ਖਤਮ ਹੋ ਜਾਏ, ਜਿੱਥੇ ਇਹ ਅਵਸਥਾ ਬਣ ਜਾਏ ਕਿ ਆ ਦੁਨੀਆ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਾਂ ਰਜਗੁਣ ਤਮਗੁਣ ਸਤਗੁਣ, ਇਹ ਅਵਸਥਾ ਤੋਂ ਅਸੀਂ ਉੱਪਰ ਉੱਠ ਜਾਣਾ, ਉੱਥੇ ਫਿਰ ਸਭ ਕੁਝ ਥੱਲੇ ਹੀ ਰਹਿ ਜਾਏਗਾ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਧਰਤੀ ਤੇ ਤੂੰ ਦੇਖ ਕੇ ਆਇਆ ਨਾ, ਉਹ ਸਭ ਕੁਝ ਬਹੁਤ ਨੀਵਾਂ ਰਹਿ ਗਿਆ ਹੈ। ਜੁਗ ਸੂਰਜ ਚੰਦ ਪ੍ਰਕਾਸ਼ਕ ਜੇ ਜਗ ਨੈਣ ਤਰੇ ਕਰ ਲਿਓ ਨਿਹਾਰੇ। ਮਹਾਰਾਜ ਕਹਿੰਦੇ ਹੁਣ ਤਾਂ ਜਦੋਂ ਸੂਰਜ ਸਿਖਰ ਤੇ ਚੜ੍ਹੇਗਾ ਨਾ, ਉਦੋਂ ਤੂੰ ਆਪਣੀਆਂ ਅੱਖਾਂ ਦੇ ਨਾਲ ਨਿਹਾਰ ਲਵੀਂ। ਪੁਨ ਔਰ ਸਥਾਨ ਸੋ ਬੂਝਤ ਉਪਰ ਹੈ ਬਹਰੂਰੇ ਅਨੇਕ ਪ੍ਰਕਾਰੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸ ਤੋਂ ਵੀ ਉੱਪਰ ਹੋਰ ਬੜੇ ਗ੍ਰਹਿ ਨੇ, ਬੜੇ ਐਸੇ ਜਿਹੜੇ ਅਸਥਾਨ ਨੇ ਜਿਹੜੇ ਹਜੇ ਵੇਖਣ ਵਾਲੇ ਨੇ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਮਹਾਰਾਜ ਨੇ ਕਲੀਅਰ ਕਰ ਦਿੱਤਾ ਕਿ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼ ਔੜਕ ਔੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ। ਮਹਾਰਾਜ ਕਹਿੰਦੇ ਔੜਕ ਅਖੀਰ ਤੱਕ ਦੁਨੀਆ ਦੇ ਲੋਕ ਭਾਲ ਕਰਦੇ ਕਰਦੇ ਥੱਕ ਗਏ, ਪਰ ਇਹਦਾ ਅੰਤ ਕੋਈ ਨਹੀਂ ਹੈ। ਜਿਹੜੇ ਪਹਾੜਾਂ ਦੀ ਸੈਰ ਕਰਦੇ ਆ ਨਾ, ਉਹਨਾਂ ਨੂੰ ਪਤਾ ਜਦੋਂ ਪਹਾੜ ਸ਼ੁਰੂ ਹੁੰਦੇ ਆ ਫਿਰ ਕੀ ਦੇਖਣ ਨੂੰ ਮਿਲਦਾ ਹੈ। ਇੱਕ ਪਹਾੜੀ ਖਤਮ ਹੋਈ, ਦੂਜੀ ਸ਼ੁਰੂ, ਦੂਜੀ ਖਤਮ ਹੋਈ, ਤੀਜੀ ਸ਼ੁਰੂ। ਫਿਰ ਕਿੰਨੇ ਦੇਰ ਜਦੋਂ ਪਹਾੜਾਂ 'ਚ ਆਪਾਂ ਘੁੰਮਦੇ ਆ ਤੇ ਇੱਕ ਬੋਲ ਕਹਿੰਦੇ ਆ ਵੀ ਇਹ ਪਹਾੜ ਤਾਂ ਮੁੱਕਣ ਤੇ ਹੀ ਨਹੀਂ ਆ ਰਹੇ। ਅਕਸਰ ਆਪਾਂ ਇਹ ਗੱਲ ਕਹਿੰਦੇ ਆ ਨਾ ਵੀ ਪਹਾੜ ਹੀ ਪਹਾੜ ਦਿਸਦੇ ਨੇ, ਮੁੱਕਣ ਤੇ ਹੀ ਨਹੀਂ ਆਉਂਦੇ। ਬਸ ਭਾਈ ਮਰਦਾਨਾ ਜੀ ਨੇ ਵੀ ਕੁਝ ਐਸਾ ਹੀ ਬੋਲ ਜਿਹੜਾ ਸੀ ਉਹ ਬੋਲਿਆ। ਮਹਾਰਾਜ ਕਹਿੰਦੇ ਨੇ ਜਦੋਂ ਸੂਰਜ ਚੜ੍ਹੇਗਾ ਉਦੋਂ ਸਭ ਕੁਝ ਨਿਹਾਰ ਲਈ, ਇਸ ਵੇਲੇ ਸਾਡੀ ਉਚਾਈ ਬਹੁਤ ਉੱਚੀ ਹੈ ਜਿੱਥੇ ਤੈਨੂੰ ਇਹ ਧਰਤੀ ਤੇ ਜੋ ਕੁਝ ਹੈ ਉਹ ਨਜ਼ਰ ਹੀ ਨਹੀਂ ਆਉਂਦਾ ਪਿਆ। ਉਧਰੋਂ ਭੰਗਰਨਾਥ ਹੰਕਾਰ ਦੇ ਵਿੱਚ ਭਰਿਆ ਹੋਇਆ ਗੁਰੂ ਨਾਨਕ ਸਾਹਿਬ ਜੀ ਵੱਲ ਨੂੰ ਤੁਰਿਆ ਹੁੰਦਾ ਹੈ, ਤੇ ਜਦੋਂ ਆਮੋ ਸਾਹਮਣਾ ਹੋਏਗਾ ਤੇ ਭੰਗਰਨਾਥ ਹੰਕਾਰ ਦੇ ਵਿੱਚ ਕਿਹੜੀ ਬੋਲੀ ਬੋਲ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾਉਂਦਾ ਹੈ ਤੇ ਗੁਰੂ ਸਾਹਿਬ ਜੀ ਇਹਦਾ ਹੰਕਾਰ ਕਿਵੇਂ ਤੋੜਨਗੇ, ਉਹ ਅਗਲੇਰੇ ਸਮੇਂ ਦੇ ਵਿੱਚ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਜਿਵੇਂ ਅੱਜ ਬਸੰਤ ਦੀ ਰੁੱਤ ਜਿਹੜੀ ਹੈ ਉਸ ਮੁਤਾਬਕ ਅਸੀਂ ਗੁਰਬਾਣੀ ਵਿੱਚੋਂ ਸਾਰਾ ਦਿਨ ਸ਼ਬਦ ਜਿਹੜੇ ਨੇ ਉਹ ਸੁਣੇ ਨੇ, ਔਰ ਕਈ ਦਿਨਾਂ ਤੋਂ ਆਪਾਂ ਸ਼ਬਦ ਸੁਣਦੇ ਆ ਰਹੇ ਹਾਂ। ਹਰ ਕਾ ਨਾਮ ਤੇ ਆਏਕ ਹੈ ਹੋ ਹਰਿਆ ਭਾਈ। ਅਸਲ ਵਿੱਚ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਮਹਾਰਾਜ ਕਹਿੰਦੇ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾਪੁਰੀ ਸੇ ਅਹਨਸ ਫਿਰੈ ਜਲੰਤ। ਜਿਨ੍ਹਾਂ ਦਾ ਕੰਤ ਜਿਹੜਾ ਹੈ ਭਾਵ ਹਿਰਦਾ, ਜਿਨ੍ਹਾਂ ਦਾ ਘਰ ਪਰਮੇਸ਼ਵਰ ਤੋਂ ਖਾਲੀ ਹੋ ਜਾਏ, ਉਹ ਅਹਨਸ ਦਿਨ ਰਾਤ ਅੰਦਰੋਂ ਈਰਖਾ ਦੀ ਨਫ਼ਰਤ ਦੀ ਵਿਕਾਰਾਂ ਦੀ ਅੱਗ ਵਿੱਚ ਜਲਦੇ ਰਹਿੰਦੇ ਨੇ। ਜਾਂ ਜਿਹਨੂੰ ਕਹੀਏ ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋਣਾ ਜਿਨ੍ਹਾਂ ਪਾਸ। ਜਿਨ੍ਹਾਂ ਕੋਲ ਨਾਮ ਨਹੀਂ ਨਾ ਹੁੰਦਾ ਉਹ ਅੰਦਰੋਂ ਈਰਖਾ ਦੀ ਅੱਗ ਵਿੱਚ ਹਮੇਸ਼ਾ ਸੜਦੇ ਰਹਿੰਦੇ ਆ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਵਸ ਜਾਏ, ਉਹਨਾਂ ਦੀ ਜ਼ਿੰਦਗੀ 'ਚ ਸਦਾ ਖੁਸ਼ਹਾਲੀ ਹੁੰਦੀ ਹੈ। ਦੂਸਰਾ, ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਆਹ ਦੇ ਪੁਰਬ ਦੀਆਂ ਖੁਸ਼ੀਆਂ ਵੀ ਸਿੱਖ ਸੰਗਤਾਂ ਨੇ ਸਾਂਝੀਆਂ ਕੀਤੀਆਂ ਨੇ, ਜਿਹਨੂੰ ਆਪਾਂ ਗੁਰੂ ਕਾ ਲਾਹੌਰ ਕਹਿੰਦੇ ਆ। ਅਸਲ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਾਤਾ ਜੀਤੋ ਜੀ ਦੇ ਨਾਲ ਆਨੰਦ ਕਾਰਜ ਜਿਹੜਾ ਹੁੰਦਾ ਇਹ ਹੈ ਤਾਂ ਤਕਰੀਬਨ ਹਾੜ ਦੇ ਮਹੀਨੇ ਦਾ, ਪਰ ਆਪਾਂ ਇਹਨੂੰ ਬਸੰਤ ਦੇ ਇਸ ਰੁੱਤ ਵਿੱਚ ਕਿਉਂ ਮਨਾਉਂਦੇ ਹਾਂ? ਕਿਉਂਕਿ ਜਦੋਂ ਬਰੀਕੀ ਨਾਲ ਤੁਸੀਂ ਵੇਖੋਗੇ ਉਸ ਵੇਲੇ ਪਾਣੀ ਦੀ ਗਰਮੀ ਕਰਕੇ ਕਿੱਲਤ ਬੜੀ ਹੁੰਦੀ ਸੀ। ਫਿਰ ਜਿਵੇਂ ਹੁਣ ਮਾਘੀ ਦਾ ਅਸੀਂ ਮੁਕਤਸਰ ਸਾਹਿਬ ਪਰ ਜੰਗ ਤੇ ਜਾ ਕੇ ਗਰਮੀ ਦੇ ਦਿਨਾਂ ਵਿੱਚ ਹੁੰਦੀ ਹੈ, ਪਰ ਅਸੀਂ ਮਾਘ ਦੇ ਦਿਨ ਵਿੱਚ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ। ਇਸੇ ਤਰ੍ਹਾਂ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਸੀ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਹੋਏਗੀ ਵੀ ਆਹ ਰੁੱਤ ਸੁਹਾਵਣੀ ਹੈ ਤੇ ਆਪਾਂ ਇਸ ਰੁੱਤ ਦੇ ਵਿੱਚ ਰਲ ਕੇ ਗੁਰੂ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੀਆਂ ਖੁਸ਼ੀਆਂ ਰਲ ਕੇ ਮਨਾਇਆ ਕਰੀਏ। ਜਦੋਂ ਬਰਾਤ ਵੀ ਇੱਕ ਤਰ੍ਹਾਂ ਦੀ ਤਿਆਰ ਹੁੰਦੀ ਹੈ, ਗੁਰੂ ਕੇ ਲਾਹੌਰ ਜਾਣਾ, ਉਸੇ ਤਰ੍ਹਾਂ ਹੀ ਖੁਸ਼ੀ ਦਾ ਸਾਰਾ ਮਾਹੌਲ ਬਣਨਾ, ਕਿਉਂਕਿ ਜਿਹੜਾ ਮਾਤਾ ਜੀਤੋ ਜੀ ਦਾ ਪਰਿਵਾਰ ਉਹ ਲਾਹੌਰ ਤੋਂ ਚੱਲ ਕੇ ਆਉਂਦਾ ਹੈ ਤੇ ਜਿੱਥੇ ਆਨੰਦ ਕਾਰਜ ਹੋਣਾ ਉਹ ਪੂਰਾ ਮਾਹੌਲ ਹੀ ਲਾਹੌਰ ਵਰਗਾ ਬਣਾਇਆ ਗਿਆ। ਇਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸੀ। ਹੁਣ ਉਸ ਵੇਲੇ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਲਾਹੌਰ ਨਹੀਂ ਸੀ ਜਾਇਆ ਜਾ ਸਕਦਾ। ਉਹ ਕਹਿੰਦੇ ਸੀ ਲਾਹੌਰ ਹੀ ਅਸੀਂ ਆਪਣੀ ਧੀ ਦਾ ਵੀ ਜਿਹੜਾ ਆਨੰਦ ਕਾਰਜ ਕਰਨਾ ਹੈ, ਤੇ ਗੁਰੂ ਸਾਹਿਬ ਨੇ ਆਖਿਆ ਸੀ ਅਸੀਂ ਇੱਥੇ ਲਾਹੌਰ ਵਰਗਾ ਹੀ ਮਾਹੌਲ ਬਣਾ ਦੇਵਾਂਗੇ। ਪੂਰਾ ਮਾਹੌਲ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਅਸੀਂ ਆਪਣੇ ਹੀ ਘਰ ਲਾਹੌਰ ਵਿੱਚ ਹਾਂ। ਉਹਨੂੰ ਗੁਰੂ ਕਾ ਲਾਹੌਰ ਕਿਹਾ ਗਿਆ, ਜਿੱਥੇ ਸਿੱਖ ਸੰਗਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦੀਆਂ ਖੁਸ਼ੀਆਂ ਵੀ ਸਾਂਝੀਆਂ ਕਰ ਰਹੀਆਂ ਨੇ। ਭਾਵ ਅਸੀਂ ਆਪਣੇ ਜੀਵਨ 'ਚ ਖੇੜਾ ਲਿਆਉਣਾ ਹੈ। ਖੁਸ਼ੀ ਉਹ ਤਾਂ ਆਵੇਗੀ ਜੇ ਦਿਨ ਰਾਤ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਾਂਗੇ। ਨਾਮ ਰੰਗ ਵਿੱਚ ਰੰਗਣ ਲਈ ਬੇਨਤੀ ਕਰੀਏ ਮਾਲਕ ਦੇ ਚਰਨਾਂ 'ਚ, ਆਪਣਾ ਨਾਮ ਦੇਹੋ
ਆਪਣਾ ਨਾਮ ਦੇਹੋ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਇਹ ਅਰਦਾਸ ਕਰੀਏ ਤਾਂ ਕਿ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗਿਆ ਸਾਡੇ ਜੀਵਨ ਦਾ ਸੋਕਾ ਮੁੱਕ ਜਾਏ ਜ਼ਿੰਦਗੀ ਵਿੱਚ ਸਦਾ ਲਈ ਹਰਿਆਵਲੀ ਖੁਸ਼ਹਾਲੀ ਬਣ ਜਾਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ ਅੱਗੇ ਤੋਂ ਮੇਰ ਪ੍ਰਿਆ ਹੱਥ ਰੱਖਣ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਅਸਥਾਨ ਤੇ ਮਹੀਨੇ ਦੇ ਪਹਿਲੇ ਐਤਵਾਰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਅੰਮ੍ਰਿਤ ਅਬਲਾਖੀਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਤੁਸੀਂ ਪੰਜ ਕਕਾਰ ਧਾਰਨ ਕਰਕੇ ਕੇਸੀ ਇਸ਼ਨਾਨ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਨਾ ਔਰ ਮਨ ਕਰਕੇ ਅਰਦਾਸ ਕਰੋ ਕਿ ਮਹਾਰਾਜ ਜੀ ਇਹ ਦਾਤਾਂ ਸਾਨੂੰ ਵੀ ਮਿਲ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ